ਹੋਇ ਨਾ ਰੂਪਾ ਰੰਗੁਲਾ, ਮੋਤੀ ਤੈ ਮਾਣਿਕ ਜੀਓ। ਸੇ ਵਸਤੂ ਸ਼ਹ ਦਿੱਤੀਆਂ, ਮੈਂ ਤਿਨ ਸਿਉ ਲਾਇਆ ਚਿਤ ਜੀਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੇਅੰਤ ਬਖਸ਼ਿਸ਼ਾਂ ਕਰਨ ਵਾਲਾ ਅਕਾਲ ਪੁਰਖ, ਜਿਸ ਨੇ ਸਾਨੂੰ ਅਨੇਕਾਂ ਹੀ ਦਾਤਾਂ ਬਖਸ਼ਿਸ਼ ਕੀਤੀਆਂ ਹਨ, ਇਹਨਾਂ ਦਾਤਾਂ ਨੂੰ ਪ੍ਰਾਪਤ ਕਰਨ ਤੋਂ ਬਾਅਦ, ਸਾਂਭਣ ਤੋਂ ਬਾਅਦ, ਵਰਤਣ ਤੋਂ ਬਾਅਦ ਜੇ ਮਨੁੱਖ ਉਸ ਦਾਤੇ ਦਾ ਧੰਨਵਾਦ ਕਰਦਾ, ਉਸ ਦਾਤੇ ਦਾ ਸ਼ੁਕਰਾਨਾ ਕਰਦਾ, ਉਸ ਦਾਤੇ ਨੂੰ ਆਪਣੇ ਚਿੱਤ ਦੇ ਵਿੱਚ ਵਸਾਈ ਰੱਖਦਾ, ਤਾਂ ਇਹ ਸਾਰੀਆਂ ਵਰਤੀਆਂ ਹੋਈਆਂ ਦਾਤਾਂ ਸਫਲੀਆਂ ਹੋ ਜਾਣੀਆਂ ਸਨ। ਪਰ ਜੀਵ ਦੇ ਨਾਲ ਜਨਮ ਵਾਲੇ ਦਿਨ ਹੀ ਇੱਕ ਦੁਖਾਂਤ ਇਹ ਵਾਪਰ ਗਿਆ ਕਿ ਇਹਨੂੰ ਜਨਮ ਲੈਂਦਿਆਂ ਸਾਰ ਨਵੇਂ ਰਿਸ਼ਤੇ 'ਤੇ ਮਿਲੇ, ਪਰਿਵਾਰ 'ਤੇ ਮਿਲਿਆ, ਪ੍ਰਾਲਬਧ 'ਤੇ ਮਿਲੀ, ਪਰ ਇਹਨੂੰ ਉਹ ਦਾਤਾ ਵਿਸਰ ਗਿਆ, ਉਹ ਭੁੱਲ ਗਿਆ। ਲਿਵ ਛੁੜਕੀ ਲੱਗੀ ਤ੍ਰਿਸ਼ਨਾ। ਹੁਣ ਜੀਵਨ ਦਾ ਸਾਰਾ ਸੰਘਰਸ਼ ਹੀ ਇਹ ਹੈ ਕਿ ਉਸ ਟੁੱਟੀ ਹੋਈ ਲਿਵ ਨੂੰ ਅਸੀਂ ਕਿਸੇ ਤਰ੍ਹਾਂ ਦੁਬਾਰਾ ਪ੍ਰਭੂ ਨਾਲ ਜੋੜ ਲਈਏ। ਇਸੇ ਲਈ ਅਸੀਂ ਇੱਥੇ ਹਾਂ। ਇੱਥੇ ਦਾ ਤਾਤਪਰਯ ਇਸ ਸੰਸਾਰ ਤੇ, ਇਸ ਸਤਸੰਗ ਦੇ ਵਿੱਚ ਟੁੱਟੀ ਹੋਈ ਲਿਵ ਵਾਰ-ਵਾਰ ਸਿਮਰ ਕੇ, ਉਸ ਨੂੰ ਚੇਤੇ ਕਰਕੇ ਹੀ ਜਦੋਂ ਉਹ ਸਿਮਰਨ ਪ੍ਰਵਾਨ ਹੋ ਜਾਵੇ, ਪ੍ਰਭੂ ਦੀ ਬਖਸ਼ਿਸ਼ ਆ ਜਾਵੇ, ਤੇ ਇਹ ਲਿਵ ਫਿਰ ਜੁੜ ਜਾਂਦੀ ਹੈ। ਇੱਕ ਚੀਜ਼ ਮੈਂ ਹੋਰ ਇੱਥੇ ਜ਼ਰੂਰ ਬੇਨਤੀ ਕਰਾਂ, ਦੁਨੀਆ ਵਿੱਚ ਇੱਕ ਅਖਾਣ ਹੈ ਕਿ ਕੋਈ ਵਸਤੂ ਟੁੱਟ ਜਾਵੇ, ਉਹਨੂੰ ਜਦੋਂ ਤੁਸੀਂ ਦੁਬਾਰਾ ਜੋੜੋਗੇ ਉਹ ਜੁੜਤੇ ਜਾਏਗੀ, ਪਰ ਕੋਈ ਨਾ ਕੋਈ ਨਿਸ਼ਾਨ ਤੁਹਾਨੂੰ ਜ਼ਰੂਰ ਨਜ਼ਰ ਆਵੇਗਾ। ਇੱਕ ਰਹੀਮ ਜੀ ਦਾ ਬੜਾ ਪ੍ਰਸਿੱਧ ਇੱਕ ਦੋਹਾ ਵੀ ਹੈ। ਉਹਨਾਂ ਨੇ ਪ੍ਰੇਮ ਨੂੰ ਧਾਗੇ ਦੀ ਨਾਲ ਤਸ਼ਬੀਹ ਦਿੱਤੀ ਹੈ। ਰਹੀਮ ਜੀ ਆਖਦੇ, ਰਹੀਮਨ ਧਾਗਾ ਪ੍ਰੇਮ ਕਾ ਮਤ ਤੋੜੋ ਛਟਕਾਏ। ਵੇਖੀ ਕਿਧਰੇ ਇਹਨੂੰ ਜ਼ਿਆਦਾ ਖਿੱਚ ਨਾ ਲਵੇਂ। ਟੂਟੇ ਸੇ ਫਿਰ ਨਾ ਜੁੜੇ, ਜੁੜੇ ਗਾਂਠ ਪੜ ਜਾਏ। ਸਮਝ ਆ ਗਈ ਗੱਲ? ਪ੍ਰੇਮ ਵਿੱਚ ਜਦੋਂ ਵੀ ਖਿੰਚੋ ਤਾਣ ਆਵੇਗੀ ਨਾ, ਯਾਦ ਰੱਖਣਾ ਪ੍ਰੇਮ ਦਾ ਜਿਹੜਾ ਜੋੜ ਹੈ ਉਸ ਦੇ ਟੁੱਟਣ ਦੀ ਸੰਭਾਵਨਾ ਬਹੁਤ ਵਧੀਕ ਹੋ ਜਾਵੇਗੀ। ਇਸੇ ਕਰਕੇ ਤੇ ਬਾਣੀ ਨੇ ਪ੍ਰੇਮ ਨੂੰ ਖਿੰਚੋ ਤਾਣ ਨਹੀਂ, ਪ੍ਰੇਮ ਨੂੰ ਸਮਰਪਣ ਆਖਿਆ ਹੈ।
ਸਮਰਪਣ ਵਿੱਚ ਕਦੀ ਖਿੰਚੋ ਤਾਣ ਨਹੀਂ ਹੋਇਆ ਕਰਦੀ। ਖਿੰਚੋ ਤਾਣ ਉੱਥੇ ਹੈ, ਬਾਣੀ ਦਾ ਇੱਕ ਸ਼ਬਦ ਹੈ ਖਿੰਚੋ ਤਾਣ ਵਿਗੁੱਚੀਐ। ਇਹ ਫਰੇਜ਼ ਪੜ੍ਹਨਾ ਗੁਰੂ ਗ੍ਰੰਥ ਸਾਹਿਬ 'ਚ। ਛੋਟੇ ਛੋਟੇ ਜਿਹੜੇ ਇਸ਼ਾਰੇ ਸਤਿਗੁਰੂ ਨੇ ਦਿੱਤੇ ਹਨ ਨਾ, ਜਦੋਂ ਸਾਡੀ ਸੁਰਤ ਉਹਨਾਂ ਸੰਕੇਤਾਂ ਵੱਲ ਟਿਕੇਗੀ, ਅਸੀਂ ਉਹਨਾਂ ਨੂੰ ਸਮਝਣ ਲੱਗ ਪਵਾਂਗੇ, ਸਾਨੂੰ ਬਹੁਤ ਬਾਰੀਕ ਗੱਲਾਂ ਵੀ ਗੁਰਬਾਣੀ ਦੀਆਂ ਸਮਝ ਆਉਣ ਲੱਗ ਪੈਣਗੀਆਂ। ਫਿਰ ਭਾਵੇਂ ਉਹ ਫਰੇਜ਼ ਕਿਸੇ ਇੱਕ ਪ੍ਰਸੰਗ ਨੂੰ ਸਤਿਗੁਰੂ ਜੀ ਨੇ ਡਿਸਕ੍ਰਾਈਬ ਕਰਨ ਦੇ ਲਈ ਵਰਤਿਆ ਹੋਵੇ, ਪਰ ਉਹਨੂੰ ਆਪਣੇ ਜੀਵਨ ਦੇ ਅਨੇਕਾਂ ਪੱਖਾਂ ਵਿੱਚ ਅਸੀਂ ਲਗਾ ਸਕਦੇ ਹਾਂ। ਖਿੰਚੋ ਤਾਣ, ਖਿੱਚਾ ਤਨੀ। ਔਰ ਯਾਦ ਰੱਖਣਾ, ਮਨੁੱਖ ਦੇ ਵਿਚਾਰਾਂ ਵਿੱਚ, ਮਨੁੱਖ ਦੇ ਵਿਵਹਾਰਾਂ ਵਿੱਚ, ਮਨੁੱਖ ਦੇ ਪਰਿਵਾਰਾਂ ਵਿੱਚ ਇਹ ਖਿੰਚੋ ਤਾਣ ਹੁੰਦੀ ਹੈ। ਔਰ ਖਿੱਚਣ ਵਾਲਾ ਕੋਈ ਨਹੀਂ, ਸਾਰਿਆਂ ਦੇ ਅੰਦਰ ਦੀ ਜਿਹੜੀ ਮੈਂ ਹੈ, ਬਸ ਉਹੀ ਖਿੰਚੋ ਤਾਣ ਕਰ ਰਹੀ ਹੈ। ਉਹਦੇ ਨਾਲ ਹੰਕਾਰ ਦਾ ਬਲ ਆ ਕੇ ਜੁੜ ਗਿਆ, ਮੋਹ ਨੇ ਤਾਕਤ ਦੇਣੀ ਸ਼ੁਰੂ ਕਰ ਦਿੱਤੀ, ਕ੍ਰੋਧ ਨੇ ਹੋਰ ਬਲ ਵਧਾ ਦਿੱਤਾ। ਤੋ ਇਹ ਸਾਰੇ ਰਲ ਕੇ ਜਦੋਂ ਖਿੰਚੋ ਤਾਣ ਕਰਦੇ ਹਨ ਤੇ ਬੜੀ ਇੱਕ ਵੱਡੀ ਇਹ ਸੰਭਾਵਨਾ ਪੈਦਾ ਹੋ ਜਾਂਦੀ ਹੈ ਕਿ ਧਾਗਾ ਟੁੱਟ ਜਾਏਗਾ, ਪ੍ਰੀਤ ਟੁੱਟ ਜਾਏਗੀ। ਹੁਣ ਟੁੱਟੀ ਹੋਈ ਪ੍ਰੀਤ, ਟੁੱਟਿਆ ਹੋਇਆ ਸਨੇਹ, ਟੁੱਟਿਆ ਹੋਇਆ ਪ੍ਰੇਮ ਜੇ ਦੁਬਾਰਾ ਜੁੜੇ, ਮਨੁੱਖ ਦਾ ਮਨੁੱਖ ਨਾਲ ਦੁਬਾਰਾ ਜੁੜੇ, ਕੋਈ ਨਾ ਕੋਈ ਅੰਦਰ ਨਾ ਖਾਮੀ ਨਿਸ਼ਾਨ ਰਹਿ ਜਾਂਦਾ ਹੈ। ਪਰ ਜੋ ਮੈਂ ਬੇਨਤੀ ਕਰਨੀ ਚਾਹ ਰਿਹਾ ਸਾਂ ਕਿ ਦੁਨੀਆ ਦਾ ਇਹ ਇੱਕ ਸੁਭਾਵ ਹੈ ਕਿ ਦੁਨੀਆ ਵਿੱਚ ਟੁੱਟੀ ਹੋਈ ਪ੍ਰੀਤ ਜਦੋਂ ਦੁਬਾਰਾ ਜੁੜੇਗੀ, ਕੁਝ ਨਾ ਕੁਝ ਚਿੰਨ੍ਹ, ਕੁਝ ਨਾ ਕੁਝ ਨਿਸ਼ਾਨ, ਜਿਵੇਂ ਧਾਗਾ ਟੁੱਟ ਗਿਆ, ਜੁੜ ਜਾਏਗਾ ਦੁਬਾਰਾ, ਪਰ ਜੁੜੇ ਗਾਂਠ ਪੜ ਜਾਏ, ਵਿੱਚ ਗੰਢ ਪੈ ਗਈ, ਉਹ ਨਜ਼ਰ ਆ ਰਹੀ ਹੈ। ਪਰ ਜਦੋਂ ਹੁਣੇ ਜਿੱਥੋਂ ਮੈਂ ਗੱਲ ਸਤਿਗੁਰੂ ਜੀ ਨੇ ਅੱਜ ਵਿਚਾਰ ਬਖਸ਼ਿਸ਼ ਕੀਤੀ ਕਿ ਲਿਵ ਜਦੋਂ ਜੁੜਦੀ ਹੈ ਦੁਬਾਰਾ, ਲਿਵ ਐਸੀ ਜੁੜਦੀ ਹੈ ਕਿ ਕੋਈ ਨਾਮੋ ਨਿਸ਼ਾਨ ਨਹੀਂ ਰਹਿ ਜਾਂਦਾ ਕਿ ਕਦੀ ਇਹ ਲਿਵ ਟੁੱਟੀ ਵੀ ਸੀ। ਰਾਮ ਕਬੀਰਾ ਏਕ ਭੈ ਹੈ ਕੋਈ ਨਾ ਸਕੈ ਪਛਾਨੀ, ਕੋਈ ਪਛਾਣ ਹੀ ਨਹੀਂ ਸਕਦਾ ਬਈ ਕਦੀ ਇਹ ਟੁੱਟਿਆ ਵੀ ਸੀ ਰੱਬ ਨਾਲੋਂ। ਰੱਬ ਨਾਲ ਜੁੜਨ ਦੀ ਸਭ ਤੋਂ ਵੱਡੀ ਇਹ ਬਖਸ਼ਿਸ਼, ਇਹ ਮਿਹਰਾਮਤ, ਇਹ ਵਡਿਆਈ ਹੈ। ਇੱਕ ਚੀਜ਼ ਤੇ ਇਹ ਕਲੀਅਰ ਹੋ ਗਈ ਇਸ ਲਿਵ ਨੂੰ ਲੈ ਕੇ। ਫਿਰ ਅਰੰਭਤਾ ਜਿੱਥੋਂ ਹੋਈ ਕਿ ਬਖਸ਼ਣਹਾਰ ਉਸ ਦਾਤੇ ਨੇ ਸਾਨੂੰ ਬਹੁਤ ਸਾਰੀਆਂ ਦਾਤਾਂ ਬਖਸ਼ਿਸ਼ ਕੀਤੀਆਂ ਹੋਈਆਂ ਹਨ, ਪਰ ਅਕਸਰ ਵੇਖਣ ਵਿੱਚ ਆਉਂਦਾ ਹੈ ਕਿ ਮਨੁੱਖ ਉਹਦੀਆਂ ਦਾਤਾਂ ਨੂੰ ਵਰਤਦਾ ਹੈ। ਮੈਂ ਇੱਕ ਚੀਜ਼ ਹੋਰ ਇੱਥੇ ਆਪ ਨਾਲ ਸਪਸ਼ਟ ਕਰ ਦੇਵਾਂ ਕਿ ਜਿਹੜਾ ਸਰੀਰ ਹੈ ਨਾ, ਇਹ ਵੀ ਦਾਤ ਹੈ। ਇਸ ਦਾਤ ਦੇ ਨਾਲ ਅਸੀਂ ਬਾਕੀ ਦਾਤਾਂ ਵਰਤਦੇ ਹਾਂ, ਉਹਨਾਂ ਦਾ ਸੁੱਖ ਮਹਿਸੂਸ ਕਰਦੇ ਹਾਂ। ਸਰੀਰ ਵੀ ਉਹਦੀ ਬਖਸ਼ਿਸ਼ ਕੀਤੀ ਹੋਈ ਇੱਕ ਦਾਤ ਹੈ, ਇੱਕ ਵਸਤੂ ਹੈ, ਇੱਕ ਪਦਾਰਥ ਹੈ ਜਿਹਨੂੰ ਅਸੀਂ ਭੋਗ ਰਹੇ ਹਾਂ। ਹੁਣ ਸਤਿਗੁਰੂ ਬਾਣੀ 'ਚ ਆਖਦੇ, ਕਹਿੰਦੇ ਸਰੀਰ ਦੇ ਨਾਲ ਇਹਨੇ ਕਈ ਭੋਗ, ਭਾਵ ਸੰਸਾਰ ਦੇ ਕਈ ਰਸ ਮਾਣ ਰਹੇ ਹਾਂ, ਅੱਜ ਵੀ ਮਾਣਾਂਗੇ, ਕੱਲ੍ਹ ਵੀ ਮਾਣਾਂਗੇ, ਇਹ ਜੀਵਨ ਹੋਇਆ। ਆਖਰੀ ਦਿਨ ਤੱਕ ਮਨੁੱਖ ਸਰੀਰ ਭਾਵ ਇੰਦਰੀਆਂ ਜੋ ਹਨ ਸਾਡੀਆਂ, ਉਹਨਾਂ ਇੰਦਰੀਆਂ ਦੀ ਵਰਤੋਂ ਆਖਰੀ ਦਿਨ ਤੱਕ ਕਰਦਾ ਹੈ। ਯਾਦ ਰੱਖਿਓ, ਇੱਕ ਵੱਖਰੀ ਗੱਲ ਹੈ ਕਿ ਇੰਦਰੀ ਕਾਬਲ ਥਾਕਾ, ਇੰਦਰੀਆਂ ਕਮਜ਼ੋਰ ਭਾਵੇਂ ਹੋ ਜਾਂਦੀਆਂ ਹਨ ਸਮਾਂ ਗੁਜ਼ਰਨ ਦੇ ਨਾਲ ਨਾਲ। ਹੁਣ ਜਵਾਨੀ ਵਿੱਚ ਜੋ ਅੱਖਾਂ ਦੀ ਰੋਸ਼ਨੀ ਸੀ, ਬੁਢੇਪਾ ਆਉਂਦੇ ਆਉਂਦੇ ਉਤਨੀ ਕੁ ਰੋਸ਼ਨੀ ਨਹੀਂ ਰਹੀ। ਹੱਥ ਪੈਰ ਜਿਵੇਂ ਚੱਲ ਰਹੇ ਸਨ, ਹੁਣ ਨਹੀਂ ਚੱਲ ਰਹੇ। ਪਰ ਕੀ ਵੇਖਣ ਦਾ ਚਾਅ ਮੁੱਕ ਗਿਆ?
ਕੰਨ ਉਂਝ ਨਹੀਂ ਸੁਣ ਰਹੇ, ਪਰ ਕੀ ਸੁਣਨ ਦੀ ਰੁਚੀ ਮੁੱਕ ਗਈ? ਨਹੀਂ ਮੁੱਕੀ। ਮੈਂ ਕਿਸੇ ਮਹਾਂਪੁਰਸ਼ ਕੋਲ ਬੈਠਾ ਹੋਇਆ ਸੀ ਇੱਕ ਵਾਰ, ਤੇ ਬੜੀ ਪੁਰਾਣੀ ਗੱਲ ਹੈ, ਕੁਦਰਤੀ ਚੇਤੇ ਆ ਗਈ। ਤੇ ਉਹਨਾਂ ਨੇ ਗੱਲ ਸੁਣਾਈ। ਉਹਨਾਂ ਦਾ ਅੱਖਾਂ ਦਾ ਹਸਪਤਾਲ ਹੈ, ਬੜਾ ਵੱਡਾ। ਕਈ ਮਹਾਂਪੁਰਸ਼ਾਂ ਨੇ ਇਸ ਪ੍ਰਕਾਰ ਦੀ ਸੇਵਾ ਲਈ ਹੋਈ ਹੈ। ਤੇ ਕਦੀ ਕਦੀ ਉਹ ਮਹਾਂਪੁਰਸ਼ ਖੁਦ ਸਵੈਮ ਆਪ ਜਿਵੇਂ ਮਹੀਨੇ 2 ਮਹੀਨੇ ਬਾਅਦ ਨਾ ਹਸਪਤਾਲ ਦਾ ਚੱਕਰ ਲਾਉਣ ਚਲੇ ਜਾਂਦੇ ਸਨ। ਬੜੇ ਉੱਚ ਕੋਟੀ ਦੇ ਡਾਕਟਰ ਉਹਨਾਂ ਨੇ ਉੱਥੇ ਬਿਠਾਏ ਹੋਏ ਨੇ, ਔਰ ਲੋਕਾਂ ਨੂੰ ਬਹੁਤ ਆਰਾਮ ਵੀ ਆਉਂਦਾ ਹੈ। ਉਹਨਾਂ ਨੇ ਗੱਲ ਦੱਸੀ, ਕਹਿੰਦੇ ਇੱਕ ਦਿਨ ਮੈਂ ਜਦੋਂ ਗਿਆ ਤੇ ਜਿਹੜਾ ਸਭ ਤੋਂ ਸੀਨੀਅਰ ਸਾਡਾ ਡਾਕਟਰ ਸੀ, ਅੱਖਾਂ ਦਾ ਸਰਜਨ, ਉਹਦੇ ਪਾਸ ਗਿਆ ਤੇ ਇੱਕ ਬਜ਼ੁਰਗ ਉਹਦੇ ਕੋਲ ਬੈਠੇ ਹੋਏ, 70 ਕੁ ਸਾਲਾਂ ਦੀ ਉਹਨਾਂ ਦੀ ਉਮਰ ਹੋਵੇਗੀ। ਗੱਲ ਬੜੀ ਸੁਣਨ ਵਾਲੀ, ਜੇ ਇਹਨੂੰ ਵਿਅੰਗ ਵਾਲੇ ਪਾਸੇ ਨਾ ਲੈ ਜਾਣਾ, ਇਹਦੇ ਅੰਦਰ ਦਾ ਭਾਵ ਸਮਝਣਾ। ਨਾਲ ਉਹਨਾਂ ਦਾ ਪੋਤਰਾ ਆਇਆ ਹੋਇਆ ਹੈ, ਨੌਜਵਾਨ ਹੈ ਬਿਲਕੁਲ। ਤੇ ਜਦ ਮਹਾਂਪੁਰਸ਼ ਗਏ, ਸਾਰੇ ਖਲੋ ਗਏ। ਉਹਨਾਂ ਨੇ ਕਿਹਾ ਬੈਠੋ ਤੁਸੀਂ। ਬਜ਼ੁਰਗਾਂ ਨੂੰ ਪੁੱਛਦੇ ਹਨ, ਉਹ ਆਖਦੇ ਹਨ ਬਈ ਕੁਛ ਦਿਨ ਹੋ ਗਏ ਹਨ ਆਉਂਦੇ ਹੋਏ, ਡਾਕਟਰ ਸਾਹਿਬ ਚੈੱਕ ਕਰ ਰਹੇ ਹਨ, ਇਹਨਾਂ ਨੇ ਲੇਜ਼ਰ ਦੱਸੀ ਹੈ ਵੀ ਲੇਜ਼ਰ ਕਰਾਂਗੇ। ਉਹ ਹੁੰਦਾ ਹੈ ਨਾ ਇੱਕ ਤਰੀਕਾ, ਪ੍ਰਕਿਰਿਆ। ਤੇ ਉਹ ਮਹਾਂਪੁਰਸ਼ ਥੋੜ੍ਹਾ ਜਿਹਾ ਮਿਜ਼ਾਜ ਐਸਾ ਸੀ ਬਈ ਹਿਊਮਰਸ ਜਿਹਾ, ਕਦੀ ਕਦੀ ਇਸ ਤਰ੍ਹਾਂ ਗੱਲ ਕਰ ਲੈਂਦੇ ਸਨ। ਉਹਨਾਂ ਨੇ ਹਾਸੇ 'ਚ ਹੀ ਪੁੱਛ ਲਿਆ, ਬਾਬਾ ਜੀ ਹੁਣ ਇਸ ਉਮਰ 'ਚ ਤੁਸੀਂ ਇਹ ਕਰਾ ਰਹੇ ਹੋ, ਬਈ ਹੁਣ ਕੀ ਦੇਖਣਾ ਬਾਕੀ ਰਹਿ ਗਿਆ? ਉਹਨਾਂ ਨੇ ਹਾਸੇ 'ਚ ਗੱਲ ਪੁੱਛੀ। ਔਰ ਕਦੀ ਕਿਸੇ ਸਾਧੂ ਕੋਲ ਜਾਓ, ਕਿਸੇ ਮਹਾਂਪੁਰਸ਼ ਕੋਲ ਜਾਓ, ਉਹਦੇ ਬੋਲਾਂ ਵੱਲ ਜ਼ਰੂਰ ਤਵੱਜੋ ਦਿਆ ਕਰੋ। ਇਹ ਭਗਤ ਕਬੀਰ ਜੀ ਕਿਉਂ ਕਹਿੰਦੇ, ਕਬੀਰ ਸਾਧੂ ਕੋ ਮਿਲਣੇ ਜਾਈਏ ਸਾਥ ਨਾ ਲੀਜੈ ਕੋਏ। ਇੱਕ ਤੇ ਇੱਥੇ ਹੈ ਜੀ ਉਡੀਕ ਨਾ ਕਰ, ਦੂਸਰਾ ਹੈ ਕਿ ਕੋਈ ਤਰਕ ਨੂੰ, ਕੋਈ ਅਸ਼ਰਦਾ ਨੂੰ, ਕੋਈ ਵਿਅਰਥ ਦੀ ਸੋਚ ਨੂੰ ਨਾਲ ਨਾ ਲੈ ਕੇ ਜਾ। ਉੱਥੇ ਸਮਰਪਣ ਲੈ ਕੇ ਜਾ, ਉੱਥੇ ਧਿਆਨ ਲੈ ਕੇ ਜਾ, ਉੱਥੇ ਸੁਰਤ ਲੈ ਕੇ ਜਾ ਆਪਣੀ। ਤੇ ਹੁਣ ਜਿਹੜੇ ਬਜ਼ੁਰਗ ਸਨ ਕਹਿਣ ਲੱਗੇ, ਬਾਬਾ ਜੀ ਮੈਂ ਪਾਠ ਕਰਨਾ ਹੁੰਦਾ ਹੈ ਗੁਟਕਾ ਸਾਹਿਬ ਤੋਂ, ਇਸ ਕਰਕੇ ਅੱਖਾਂ ਠੀਕ ਕਰਾ ਰਿਹਾ ਹਾਂ ਵੀ ਮੈਂ ਗੁਟਕਾ ਸਾਹਿਬ ਤੋਂ ਪਾਠ ਕਰਨਾ ਹੁੰਦਾ ਹੈ। ਕਹਿੰਦੇ ਇਸ ਗੱਲ ਦੇ ਉੱਤੇ ਉਹਨਾਂ ਦੇ ਪੋਤਰੇ ਨੂੰ ਹਾਸਾ ਆ ਗਿਆ। ਉਹ ਮੁਸਕਰਾਇਆ, ਪਰ ਸਿਰ ਥੱਲੇ, ਛੋਟਾ ਬੱਚਾ ਸੀ, ਬਹੁਤ ਵੱਡੀ ਉਮਰ ਦਾ ਨਹੀਂ ਸੀ। ਤੇ ਮਹਾਂਪੁਰਸ਼ ਸਮਝ ਗਏ ਗੱਲ। ਉਹਨਾਂ ਨੇ ਅਗਲਾ ਪ੍ਰਸ਼ਨ ਪਾਇਆ, ਕਹਿੰਦੇ ਬਾਬਾ ਜੀ ਬਈ 70 ਕੁ ਸਾਲ ਦੀ ਤੁਹਾਡੀ ਉਮਰ ਹੋਏਗੀ, ਇਤਨੇ ਸਮੇਂ ਤੋਂ ਪਾਠ ਕਰਦੇ ਹੋ, ਤੁਹਾਨੂੰ ਬਾਣੀ ਕੰਠ ਨਹੀਂ ਹੋਈ? ਹੁਣ ਤੱਕ ਤੇ ਬਹੁਤ ਬਾਣੀ ਕੰਠ ਹੋ ਜਾਣੀ ਚਾਹੀਦੀ ਸੀ, ਤੁਹਾਨੂੰ ਬਾਣੀ ਕੰਠ ਨਹੀਂ ਹੋਈ? ਅੱਗੋਂ ਉਹਨਾਂ ਦਾ ਜਵਾਬ ਨਹੀਂ ਸੀ ਕੁਛ। ਤੇ ਮਹਾਂਪੁਰਸ਼ ਜਾਣ ਲੱਗੇ, ਉਹਨਾਂ ਦੇ ਪੋਤਰੇ ਨੂੰ ਨਾਲ ਲੈ ਲਿਆ। ਡਾਕਟਰ ਨੂੰ ਕਹਿੰਦੇ ਤੂੰ ਇਹਨਾਂ ਨੂੰ ਵੇਖ। ਪੋਤਰੇ ਨੂੰ ਕਹਿੰਦੇ ਇਹ ਟਾਫੀ ਲੈ, ਜਿਵੇਂ ਮਹਾਂਪੁਰਸ਼ ਰੱਖਦੇ ਨੇ ਆਪਣੇ ਕੋਲ। ਕਹਿੰਦੇ ਦੱਸ ਤੂੰ ਹੱਸਿਆ ਕਿਉਂ ਸੀ ਅੰਦਰ? ਕਹਿਣ ਲੱਗਾ ਦਾਦਾ ਜੀ ਝੂਠ ਬੋਲਦੇ ਨੇ, ਇਹਨਾਂ ਨੇ ਸਾਰਾ ਦਿਨ ਟੀਵੀ ਦੇਖਣਾ ਹੁੰਦਾ ਹੈ, ਇਸ ਕਰਕੇ ਅੱਖਾਂ ਠੀਕ ਕਰਾਉਣ ਆਏ ਹਨ ਇੱਥੇ। ਗੱਲ ਨੂੰ ਪਕੜਨਾ ਧਿਆਨ ਨਾਲ। ਕੀ ਇਹ ਰੱਜ ਜਾਣਗੀਆਂ ਅੱਖਾਂ ਵੇਖ ਵੇਖ ਕੇ? ਇਹਨੂੰ ਸਿਰਫ ਹਾਸੇ 'ਚ ਨਾ ਲੈ ਕੇ ਜਾਣਾ, ਗੱਲ ਨੂੰ ਸਮਝ ਲੈਣਾ ਕਿ ਅਸੀਂ ਉਸ ਮਾਲਕ ਦੀਆਂ ਦਿੱਤੀਆਂ ਹੋਈਆਂ ਜਿਹੜੀਆਂ ਦਾਤਾਂ ਹਨ ਨਾ, ਉਹਨਾਂ ਨੂੰ ਆਖਰੀ ਦਿਨ ਤੱਕ ਕਈ ਵਾਰ ਉਹਦੀ ਸੁਵਰਤੋਂ ਨਹੀਂ ਕਰਦੇ, ਉਹਦੀ ਸੁਵਰਤੋਂ ਨਹੀਂ ਕਰਦੇ ਅਸੀਂ। ਤੋ ਇਸ ਕਰਕੇ ਸਤਿਗੁਰੂ ਆਖਦੇ, ਕਹਿੰਦੇ ਭਾਈ ਇਹ ਤੇ ਕੇਵਲ 1-2 ਦਾਤਾਂ ਇੱਥੇ ਦਸੀਆਂ ਨੇ, ਸੋਇਨਾ ਰੂਪਾ ਰੰਗੁਲਾ ਮੋਤੀ ਤੈ ਮਾਣਿਕ ਜਿਉ। ਔਰ ਇਹ ਉਹ ਹਨ ਵਸਤੂਆਂ
ਇੱਕ ਇਸਤਰੀ ਬਿਰਤੀ ਨੂੰ ਕਦੀ ਪੁੱਛ ਕੇ ਵੇਖਣਾ, ਉਹਨੂੰ ਸੋਨਾ ਰੂਪਾ ਮੋਤੀ ਮਾਣਿਕ ਇਹ ਸਭ ਕੁਝ ਬਹੁਤ ਪਿਆਰਾ ਹੈ। ਸੁਭਾਵ ਹੈ ਨਾ ਜੀ, ਕਿਉਂਕਿ ਇਹ ਚੀਜ਼ਾਂ ਉਹਦੇ ਵਡੱਪਣ ਦਾ ਇਜ਼ਹਾਰ, ਉਹਦਾ ਪ੍ਰਗਟਾਵਾ ਕਰਦੀਆਂ ਹਨ। ਇਹ ਵਸਤੂਆਂ, ਇਹ ਗਹਿਣੇ, ਤੇ ਹਰ ਇਸਤਰੀ ਚਾਹੁੰਦੀ ਹੈ ਵੀ ਮੇਰੇ ਕੋਲ ਸੋਨਾ ਰੂਪਾ, ਸੋਨਾ ਚਾਂਦੀ ਮੋਤੀ ਮਾਣਿਕ ਰਤਨ ਆਦਿ ਮੇਰੇ ਕੋਲ ਵੱਧ ਹੋਣ। ਇੱਥੇ ਅੱਜ ਸਮਝਾਇਆ ਜਾ ਰਿਹਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ, ਤੇ ਇਹਦੀ ਉਥਾਨਕਾ ਵੀ ਮੈਂ ਆਪਣੇ ਨਾਲ ਰੱਖੀ ਸੀ ਕਿ ਅਸਾਮ ਵਿੱਚ ਕਿਹਾ ਜਾਂਦਾ ਹੈ ਨੂਰ ਸ਼ਾਹ ਜਿਹੜੀ ਉੱਥੇ ਦੀ ਰਾਣੀ ਸੀ, ਜਾਦੂ ਕਰਦੀ ਸੀ ਉਸ ਪਾਸੇ ਦਾ ਕਾਲਾ ਜਾਦੂ, ਉਹਨੂੰ ਸੁਮਤ ਦੇਣ ਦੇ ਲਈ, ਉਹਦੇ ਕੁਚੱਜ ਨੂੰ ਕੱਢਣ ਲਈ, ਉਹਨੂੰ ਸੁਚੱਜੀ ਬਣਾਉਣ ਦੇ ਲਈ ਗੁਰੂ ਨਾਨਕ ਸਾਹਿਬ ਜੀ ਉਹਨੂੰ ਇਹ ਸ਼ਬਦ ਸਰਵਨ ਕਰਾ ਰਹੇ ਹਨ। ਤੇ ਸਿਰ ਤੇ ਹੱਥ ਰੱਖ ਕੇ ਕਹਿੰਦੇ, ਧੀਏ ਬੜੇ ਤੂੰ ਪੁੱਠੇ ਕੰਮ ਕਰ ਲਏ ਅੱਜ ਤੱਕ, ਰੱਬ ਦੀਆਂ ਦਿੱਤੀਆਂ ਦਾਤਾਂ ਦੀ ਤੂੰ ਕੁਵਰਤੋਂ ਕੀਤੀ ਹੈ ਅੱਜ ਤੱਕ। ਭਾਵੇਂ ਚਲ ਤੇਰੇ ਕੋਲ ਸ਼ਕਤੀਆਂ ਹਨ, ਪਰ ਕੁਵਰਤੋਂ ਨਾ ਕਰ, ਇਹਦੀ ਸੁਵਰਤੋਂ ਕਰ। ਤੇ ਪਾਤਸ਼ਾਹ ਆਖਦੇ, ਕਹਿੰਦੇ ਕਿਉਂਕਿ ਇਹ ਦੋ ਸਤਸੰਗਣਾ ਦਾ ਆਪਸ ਵਿੱਚ ਵਾਰਤਾਲਾਪ ਹੈ, ਤੇ ਕੁਚੱਜੀ ਜਿਹੜੀ ਜੀਵ ਇਸਤਰੀ ਹੈ ਉਹ ਆਖ ਰਹੀ ਹੈ ਕਿ ਹੇ ਸਖੀਏ, ਮੇਰੇ ਵਰਗੀ ਬਦਨਸੀਬ ਕੋਈ ਹੋਵੇਗੀ ਕਿ ਮੇਰੇ ਪ੍ਰਭੂ ਪਤੀ ਨੇ ਮੈਨੂੰ ਸਾਰੇ ਕੀਮਤੀ ਪਦਾਰਥ ਮੇਰੀ ਝੋਲੀ 'ਚ ਪਾਏ। ਉਹਨੇ ਮੈਨੂੰ ਸੋਨਾ ਵੀ ਦਿੱਤਾ, ਰੂਪਾ ਕਹਿੰਦੇ ਹਨ ਜੀ ਚਾਂਦੀ ਨੂੰ, ਔਰ ਬਾਣੀ ਦਾ ਵੈਸੇ ਨਿਰਣਾ ਹੈ ਕੂੜ ਸੋਨਾ, ਕੂੜ ਰੂਪਾ ਤੇ ਕੂੜ ਪਹਿਨਣਹਾਰ। ਕੋਈ ਇਹ ਸੋਚੇ ਕਿ ਸੋਨਾ ਚਾਂਦੀ ਸੱਚੇ ਹਨ, ਸਤਿਗੁਰੂ ਕਹਿੰਦੇ ਇਹ ਤੇ ਝੂਠੇ ਹਨ ਹੀ, ਭਾਵ ਸਦਾ ਰਹਿਣ ਵਾਲੇ ਨਹੀਂ ਹਨ, ਇਹਨਾਂ ਨੂੰ ਪਹਿਨਣ ਵਾਲਾ ਵੀ ਝੂਠਾ ਹੈ। ਕਈ ਵਾਰ ਪਹਿਨਣ ਵਾਲਾ ਚਲਾ ਜਾਂਦਾ ਹੈ, ਸੋਨਾ ਚਾਂਦੀ ਉੱਥੇ ਹੀ ਰਹਿ ਜਾਂਦਾ ਹੈ। ਦੱਸੋ ਕਿੱਥੇ ਗਿਆ ਨਾਲ ਉਹਦੇ? ਤਾਂ ਸਤਿਗੁਰੂ ਸਮਝਾਉਂਦੇ ਉਸ ਕੁਚੱਜੀ ਜੀਵ ਇਸਤਰੀ ਦੀ ਜੋ ਬਿਰਤੀ ਹੈ ਐਕਸੈਪਟ ਕਰ ਰਹੀ ਹੈ, ਉਹ ਸਭ ਤੋਂ ਵੱਡੀ ਗੱਲ, ਉਹਦੀ ਦਲੇਰੀ ਬੜੀ ਵੱਡੀ ਇਹ ਹੈ। ਇਸ ਬਾਣੀ ਬਾਰੇ ਕਦੀ ਤੁਸੀਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਕੁਝ ਖੋਜੀਆਂ ਨੇ ਇਹਦੇ ਬਾਰੇ ਲੇਖ ਲਿਖੇ ਹਨ, ਕੁਚੱਜੀ ਤੇ ਸੁਚੱਜੀ, ਕਦੀ ਉਹ ਪੜ੍ਹਨ ਦਾ ਮੌਕਾ ਮਿਲੇ ਤੁਹਾਨੂੰ, ਉਹਦੇ 'ਚ ਉਹਨਾਂ ਨੇ ਬੜਾ ਸਪਸ਼ਟ ਕੀਤਾ ਹੈ। ਕਹਿੰਦੇ ਬੜੀ ਦਲੇਰੀ ਹੈ ਉਸ ਜੀਵ ਇਸਤਰੀ ਦੀ ਜੋ ਘੱਟੋ ਘੱਟ ਆਪਣੇ ਔਗੁਣਾਂ ਨੂੰ ਕਬੂਲ ਤੇ ਰਹੀ ਹੈ, ਐਕਸੈਪਟ ਕਰ ਰਹੀ ਹੈ, ਆਖ ਰਹੀ ਹੈ ਸਾਰਿਆਂ ਦੇ ਵਿੱਚ ਕਿ ਬਈ ਹਾਂ ਮੇਰੇ ਵਿੱਚ ਇਹ ਦੋਸ਼ ਹਨ, ਇਹ ਕਮੀਆਂ ਹਨ ਮੇਰੇ ਵਿੱਚ, ਤਾਂ ਹੀ ਤੇ ਮੈਂ ਕੁਚੱਜੀ ਹਾਂ। ਪਰ ਨਾਲ ਫਿਰ ਉਹ ਬੇਨਤੀ ਵੀ ਕਰੇਗੀ ਕਿ ਹੇ ਮੇਰੇ ਮਾਲਕ, ਕਿਧਰੇ ਇਹ ਦੋਸ਼ ਸਾਰੀ ਜ਼ਿੰਦਗੀ ਮੇਰੇ ਨਾਲ ਮੇਰੇ ਵਿੱਚ ਬਣੇ ਨਾ ਰਹਿ ਜਾਣ। ਮੈਂ ਬਦਲਣਾ ਚਾਹੁੰਦੀ ਹਾਂ ਆਪਣੇ ਆਪ ਨੂੰ, ਔਰ ਬਦਲਣ ਵਾਲਾ ਤੂੰ ਹੈ। ਤਾਂ ਉਸ ਇੱਕ ਖਾਮੀ ਦਾ ਪ੍ਰਗਟਾਵਾ ਕਰ ਰਹੀ ਹੈ ਇਹ ਕੁਚੱਜੀ ਜੀਵ ਇਸਤਰੀ, ਬਈ ਹੇ ਸਹੇਲੀਏ, ਮੇਰੇ ਵਰਗੀ ਬਦਨਸੀਬ ਹੋਵੇਗੀ ਕੋਈ, ਅਭਾਗਣ ਹੋਵੇਗੀ? ਮੇਰੇ ਪ੍ਰਭੂ ਪਤੀ ਨੇ ਮੈਨੂੰ ਸੋਨਾ ਚਾਂਦੀ ਮੋਤੀ ਹੀਰੇ ਇਹ ਸਾਰੇ ਪਦਾਰਥ ਮੈਨੂੰ ਬਖਸ਼ਿਸ਼ ਕੀਤੇ। ਸੇ ਵਸਤੂ ਸ਼ਹ ਦਿੱਤੀਆਂ, ਸ਼ਹ ਦਾ ਹਾਹਾ ਸ਼ਾਇਰੀ ਵਾਲਾ ਹੈ, ਕਰਤਾ ਕਾਰਕ ਹੈ, ਸ਼ਹ ਨੇ, ਇਹਨੂੰ ਸਹੇ ਨਹੀਂ ਪੜ੍ਹਨਾ। ਉਸ ਪ੍ਰਭੂ ਪਤੀ ਨੇ ਮੈਨੂੰ ਇਹ ਸਾਰੀਆਂ ਵਸਤੂਆਂ ਬਖਸ਼ ਦਿੱਤੀਆਂ। ਮੈਂ ਤਿਨ ਸਿਉ ਲਾਇਆ ਚਿਤ ਜੀਓ। ਹੁਣ ਮੇਰੀ ਮੂਰਖਤਾ, ਮੇਰੀ ਬਦਨਸੀਬੀ ਕੀ ਹੈ ਕਿ ਮੈਂ ਵਸਤੂਆਂ ਨੂੰ ਤੇ ਸਾਂਭ ਲਿਆ, ਹੀਰਾ ਮੋਤੀ ਸੋਨਾ ਚਾਂਦੀ ਤੇ ਮੈਨੂੰ ਚੰਗਾ ਲੱਗਦਾ ਹੈ, ਇਹਨਾਂ ਵਿੱਚ ਤੇ ਮੈਂ ਹਰ ਵੇਲੇ ਆਪਣਾ ਚਿੱਤ ਜੋੜੀ ਰੱਖਣੀ ਹਾਂ, ਇਹਨਾਂ ਨੂੰ ਸਾਂਭੀ ਰੱਖਦੀ ਹਾਂ, ਪਰ ਦੇਣ ਵਾਲੇ ਨੂੰ ਮੈਂ ਭੁਲਾ ਦਿੱਤਾ।
ਇਹ ਵਸਤੂਆਂ ਜਿਸ ਪ੍ਰਭੂ ਪਤੀ ਨੇ ਮੈਨੂੰ ਬਖਸ਼ਿਸ਼ ਕੀਤੀਆਂ ਸਨ, ਸੇ ਵਸਤੂ ਸ਼ਹ ਦਿੱਤੀਆਂ। ਇਹ ਸਾਰੀਆਂ ਵਸਤੂਆਂ ਜਿਸ ਪ੍ਰਭੂ ਪਤੀ ਨੇ ਮੈਨੂੰ ਬਖਸ਼ਿਸ਼ ਕੀਤੀਆਂ, ਮੈਂ ਉਸ ਨੂੰ ਭੁਲਾ ਕੇ ਇਹਨਾਂ ਵਸਤੂਆਂ ਦੇ ਵਿੱਚ ਆਪਣਾ ਚਿੱਤ ਜੋੜ ਲਿਆ, ਭਾਵ ਆਪਣਾ ਧਿਆਨ, ਆਪਣਾ ਪਿਆਰ ਪਾ ਲਿਆ। ਹੁਣ ਪਿਆਰ ਜਿੱਥੇ ਜੁੜੇਗਾ ਨਾ ਜੀ, ਯਾਦ ਰੱਖਣਾ, ਜਿਸ ਭਾਵਨਾ ਨਾਲ ਤੁਸੀਂ ਪਿਆਰ ਜੋੜੋਗੇ ਨਾ, ਫਲ ਤੇ ਤੁਹਾਡੀ ਭਾਵਨਾ ਨੂੰ ਲੱਗਣਾ ਹੈ। ਕਰਮ ਨੂੰ ਬਹੁਤਾ ਮਹੱਤਵਪੂਰਨ ਨਾ ਸਮਝਣਾ। ਸੇਵਾ ਤੇ ਕੋਈ ਵੀ ਮਿਲ ਸਕਦੀ ਹੈ ਗੁਰੂ ਵੱਲੋਂ, ਯਾਦ ਰੱਖਣਾ ਤੁਹਾਡੀ ਭਾਵਨਾ ਕੀ ਹੈ ਅੰਦਰ ਦੀ, ਤੁਹਾਡਾ ਪਿਆਰ ਕੈਸਾ ਹੈ, ਤੁਹਾਡਾ ਸਮਰਪਣ, ਤੁਹਾਡਾ ਜਜ਼ਬਾ ਕੈਸਾ ਹੈ, ਇਹ ਦੱਸੇਗਾ ਕਿ ਤੁਹਾਨੂੰ ਫਲ ਕੀ ਲੱਗੇਗਾ। ਫਿਰ ਇੱਥੇ ਇੱਕ ਬੇਨਤੀ ਹੋਰ ਕਰਦੇ ਹਾਂ। ਸਤਿਗੁਰੂ ਨੇ ਬਾਣੀ 'ਚ ਇਹ ਵੀ ਸੁਚੇਤ ਕੀਤਾ ਵੀ ਭਾਵਨਾ ਵਿੱਚ ਕਿਧਰੇ ਕਾਮਨਾ ਨਾ ਲੈ ਆਵੀਂ, ਇਹ ਫਿਰ ਵਪਾਰ ਸੌਦੇਬਾਜ਼ੀ ਬਣ ਜਾਵੇਗੀ। ਜੇ ਤੂੰ ਇਹ ਸੋਚ ਕੇ ਬੈਠੇ ਕਿ ਮੈਨੂੰ ਇਹ ਮਿਲੇ ਤੇ ਹੁਣ ਮੈਂ ਸੇਵਾ ਵਾਲੇ ਪਾਸੇ ਆਵਾਂ, ਨਹੀਂ, ਇਹ ਕਾਮਨਾ ਹੈ, ਭਾਵਨਾ ਨਹੀਂ। ਇੱਕ ਬੜੀ ਪੁਰਾਣੀ ਗਾਥਾ ਮੈਨੂੰ ਚੇਤੇ ਆਉਂਦੀ ਹੈ, ਵੈਸੇ ਕਈਆਂ ਨੂੰ ਪਤਾ ਹੈ, ਮੈਂ ਇੱਥੇ ਜ਼ਰੂਰ ਕੋਟ ਕਰਾਂਗਾ ਜੀ ਸੰਖੇਪ ਰੂਪ ਵਿੱਚ। ਇੱਕ ਰਾਜਾ, ਚੱਕਰਵਰਤੀ ਰਾਜਾ ਸੀ, ਤੇ ਕਿਸੇ ਮੁਹਿੰਮ ਤੋਂ ਜਦੋਂ ਵਾਪਸ ਆ ਰਿਹਾ ਸੀ, ਕਈ ਦੇਸ਼ਾਂ ਨੂੰ ਜਿੱਤ ਕੇ ਜਦੋਂ ਵਾਪਸ ਆਪਣੇ ਦੇਸ਼ ਆ ਰਿਹਾ ਸੀ, ਇਹਦੀਆਂ ਕਈ ਰਾਣੀਆਂ ਸਨ, 5-7 ਇਹਦੀਆਂ ਰਾਣੀਆਂ ਸਨ, ਤੇ ਇਹਨੇ ਆਪਣੇ ਅਹਿਲਕਾਰਾਂ ਨੂੰ ਆਪਣੇ ਤੋਂ ਪਹਿਲੇ ਭੇਜ ਦਿੱਤਾ ਆਪਣੇ ਦੇਸ਼। ਹਾਲੇ ਸਮਾਂ ਹੈ ਰਾਜੇ ਦਾ ਦੇਸ਼ ਵਾਪਸ ਆਉਣ ਵਿੱਚ, ਘਰ ਵਾਪਸ ਆਉਣ ਵਿੱਚ, ਤੇ ਉੱਥੇ ਜਾ ਕੇ ਪੁੱਛ ਕੇ ਆਓ ਇੱਕ ਇੱਕ ਰਾਣੀ ਨੂੰ ਕਿ ਤੁਹਾਨੂੰ ਕੀ ਚਾਹੀਦਾ ਹੈ, ਰਾਜਾ ਘਰ ਵਾਪਸ ਆ ਰਿਹਾ ਹੈ। ਹੁਣ ਜਦੋਂ ਇਹ ਪੈਗਾਮ ਆਇਆ, ਸਾਰੀਆਂ ਰਾਣੀਆਂ ਨੇ ਨਾ ਆਪੋ ਆਪਣੀਆਂ ਮੰਗਾਂ ਲਿਖ ਦਿੱਤੀਆਂ। ਲੰਬੀ ਹੈ ਗਾਥਾ, ਮੈਂ ਬੜਾ ਸੰਖੇਪ ਰੂਪ ਨਾਲ। ਰਾਜਾ ਜਦ ਵਾਪਸ ਪਰਤਿਆ, ਆ ਗਿਆ ਘਰ ਵਾਪਸ ਆਪਣੇ ਮਹਿਲਾਂ ਦੇ ਵਿੱਚ, ਰਾਣੀਆਂ ਖਲੋਤੀਆਂ ਹੋਈਆਂ ਹਨ ਸਾਹਮਣੇ ਸਵਾਗਤ ਕਰਨ ਦੇ ਲਈ। ਉਹ ਚਰਨ ਸਪਰਸ਼ ਕਰਦੀਆਂ ਹਨ ਰਾਜੇ ਦੇ, ਤੇ ਰਾਜਾ ਹਰ ਰਾਣੀ ਦੀ ਜੋ ਮੰਗੀ ਹੋਈ ਵਸਤੂ ਹੈ ਨਾ, ਉਹਨੂੰ ਸੌਂਪ ਕੇ ਤੇ ਅੱਗੇ ਵਧ ਜਾਂਦਾ ਹੈ। ਇਹਨਾਂ ਸਾਰੀਆਂ ਵਿੱਚੋਂ ਇੱਕ ਰਾਣੀ ਐਸੀ ਸੀ ਜਿਸ ਨੂੰ ਰਾਜੇ ਨੇ ਕੁਝ ਨਹੀਂ ਦਿੱਤਾ, ਕੋਈ ਵਸਤੂ ਨਹੀਂ ਦਿੱਤੀ। ਉਹ ਬਾਕੀ ਸਾਰੀਆਂ ਰਾਣੀਆਂ ਹੈਰਾਨ ਤੇ ਮਨ 'ਚ ਸੋਚਦੀਆਂ ਹਨ, ਬਈ ਕਿਧਰੇ ਰਾਜਾ ਨਾਰਾਜ਼ ਤੇ ਨਹੀਂ ਇਹਦੇ ਕੋਲੋਂ, ਬਈ ਸਾਨੂੰ ਤੇ ਸਾਡੀਆਂ ਮੰਗੀਆਂ ਵਸਤੂਆਂ ਦੇ ਦਿੱਤੀਆਂ ਰਾਜੇ ਨੇ, ਪਰ ਇਹਨੂੰ ਖਾਲੀ ਹੱਥ। ਉਹ ਜਿਹੜੀ ਖਾਲੀ ਹੱਥ ਨਜ਼ਰ ਆ ਰਹੀ ਸੀ ਨਾ, ਸਾਖੀਕਾਰ ਲਿਖਦੇ, ਰਾਜੇ ਨੇ ਉਹਦਾ ਹੱਥ ਫੜਿਆ ਤੇ ਉਹਦੇ ਨਾਲ ਮਹਿਲਾਂ 'ਚ ਚਲਾ ਗਿਆ। ਉਹ ਸਾਰੇ ਹੈਰਾਨ, ਵੱਡੀਆਂ ਵੱਡੀਆਂ ਰਾਣੀਆਂ ਸਨ ਉੱਥੇ। ਉਹ ਸੋਚਦੀਆਂ ਨੇ ਕੱਲ੍ਹ ਦੀ ਆਈ ਹੋਈ ਤੇ ਰਾਜਾ ਇਹਦੇ ਨਾਲ। ਉਹ ਫਿਰ ਬਾਅਦ 'ਚ ਅਹਿਲਕਾਰਾਂ ਨੇ ਗੱਲ ਖੋਲੀ ਕਿ ਜਿਸ ਵੇਲੇ ਅਸੀਂ ਆਏ ਸਾਂ ਨਾ ਇਹਨਾਂ ਤੁਹਾਡੇ ਸਾਰਿਆਂ ਕੋਲ, ਵੀ ਦੱਸੋ ਤੁਹਾਨੂੰ ਕੀ ਚਾਹੀਦਾ ਹੈ। ਕਿਸੇ ਨੇ ਰਤਨ ਮੰਗ ਲਏ, ਕਿਸੇ ਨੇ ਹੀਰਿਆਂ ਦਾ ਹਾਰ ਮੰਗ ਲਿਆ, ਕਿਸੇ ਨੇ ਸੋਨਾ ਚਾਂਦੀ ਮੰਗ ਲਿਆ। ਕੱਲੀ ਇਹ ਸੀ ਜਿਹਨੇ ਕਿਹਾ, ਬਈ ਰਾਜੇ ਨੂੰ ਕਹਿਣਾ ਕਿ ਮੈਨੂੰ ਤੁਸੀਂ ਚਾਹੀਦੇ ਹੋ, ਮੈਨੂੰ ਤੁਹਾਡੇ ਤੋਂ ਕੁਛ ਨਹੀਂ ਚਾਹੀਦਾ, ਮੈਨੂੰ ਤੁਹਾਡੀ ਲੋੜ ਹੈ, ਮੈਨੂੰ ਤੁਸੀਂ ਚਾਹੀਦੇ ਹੋ। ਤੇ ਹੁਣ ਤੁਹਾਨੂੰ ਵਸਤੂਆਂ ਦੇ ਦਿੱਤੀਆਂ। ਰਾਜਾ ਉਸ ਰਾਣੀ ਦੇ ਨਾਲ ਚਲਾ ਗਿਆ। ਕਿਉਂ? ਕਿਉਂਕਿ ਉਹਨੇ ਰਾਜੇ ਤੋਂ ਨਹੀਂ, ਉਹਨੇ ਰਾਜੇ ਨੂੰ ਮੰਗਿਆ ਸੀ। ਸਤਿਗੁਰੂ ਸਾਨੂੰ ਸਮਝਾ ਰਹੇ ਹਨ। ਤੇ ਤੁਸੀਂ ਕਦੀ ਸੋਚ ਕੇ ਵੇਖਣਾ, ਜਿਸ ਨੇ ਰਾਜੇ ਨੂੰ ਹੀ ਮੰਗ ਲਿਆ, ਉਹਦੇ ਘਰ ਦੇ ਵਿੱਚ ਕਦੀ ਕੋਈ ਚੀਜ਼ ਦੀ ਤੋਟ ਆਵੇਗੀ? ਕਿ ਉਹਦੇ ਜੀਵਨ 'ਚ ਕਦੀ ਕਿਸੇ ਵਸਤੂ ਦੀ ਤੋਟ ਆਵੇਗੀ? ਸਾਡਾ ਡਰ ਹੈ, ਅਸੀਂ ਰੱਬ ਨੂੰ ਨਹੀਂ ਮੰਗਦੇ। ਅਸੀਂ ਰੱਬ ਤੋਂ, ਪਰਮਾਤਮਾ ਤੋਂ ਤੇ ਮੰਗ ਰਹੇ ਹਾਂ, ਔਰ ਉਹ ਦਿੰਦਾ ਵੀ ਹੈ। ਸੇ ਵਸਤੂ ਸ਼ਹ ਦਿੱਤੀਆਂ, ਦੇ ਰਿਹਾ ਹੈ, ਅੱਗੋਂ ਵੀ ਦੇਵੇਗਾ। ਪਰ ਉਹ ਕਹਿੰਦੇ, ਸਤਿਗੁਰੂ ਜੀ, ਮੈਂ ਤਿੰਨ ਸਿਉ ਲਾਇਆ ਚਿੱਤ ਜੀਓ। ਮੈਂ ਵਸਤੂਆਂ ਨੂੰ
ਸਾਂਭ ਕੇ ਬਹਿ ਗਈ, ਵਸਤੂਆਂ ਨਾਲ ਮੈਂ ਪਿਆਰ ਪਾ ਕੇ ਬਹਿ ਗਈ, ਮੈਂ ਉਸ ਰਾਜੇ ਨੂੰ ਭੁਲਾ ਦਿੱਤਾ, ਦੇਣ ਵਾਲੇ ਨੂੰ ਵਿਸਾਰ ਦਿੱਤਾ, ਦਾਤਾ ਨੂੰ ਮੈਂ ਕੇਵਲ ਚੰਬੜ ਗਈ। ਮੰਦਰ ਮਿੱਟੀ ਸੰਦੜੇ, ਪੱਥਰ ਕੀਤੇ ਰਾਸ ਜਿਉ। ਇਹ ਗੱਲ ਬੜੀ ਸਮਝਣ ਵਾਲੀ ਜੇ। ਅੱਜ ਸਾਡਾ ਸਾਰਿਆਂ ਦਾ ਜ਼ੋਰ ਵੀ ਨਾ ਪੱਥਰਾਂ ਦੇ ਉੱਤੇ ਹੈ, ਵੀ ਪੱਥਰ ਲਾ ਦਿਓ ਵਧੀਆ ਤੋਂ ਵਧੀਆ। ਇਹ ਗੁਰੂ ਨਾਨਕ ਦਾ ਕਦੀ ਆਪ ਵਿਚਾਰਧਾਰਾ ਦੇਖਣਾ, ਗੁਰੂ ਨਾਨਕ ਸਾਹਿਬ ਜੀ ਦੀ। ਗੁਰੂ ਸਾਹਿਬ ਆਖਦੇ, ਕਹਿੰਦੇ ਤੇਰਾ ਭਰੋਸਾ ਪੱਥਰ ਦੀ ਤਰ੍ਹਾਂ ਪੱਕਾ ਹੋਣਾ ਚਾਹੀਦਾ ਹੈ, ਨਿਸ਼ਚਾ, ਕਠੋਰ ਨਹੀਂ, ਪੱਕਾ। ਇਹ ਪੱਥਰ ਦੇ ਦੋ ਪੱਖ ਹੁੰਦੇ ਹਨ, ਇੱਕ ਕਠੋਰਤਾ ਔਰ ਇੱਕ ਪਕਿਆਈ ਵਾਲਾ। ਮਜ਼ਬੂਤ ਬੜਾ ਹੁੰਦਾ ਹੈ ਪੱਥਰ, ਤੇ ਇੱਕ ਵੇਲੇ ਅਸੀਂ ਇੱਕ ਪੱਖ ਲੈ ਰਹੇ ਹਾਂ, ਇੱਥੇ ਮਜ਼ਬੂਤੀ ਦੀ ਗੱਲ ਲੈ ਰਹੇ ਹਾਂ। ਤੇਰਾ ਨਿਸ਼ਚਾ ਉਸ ਪਰਮਾਤਮਾ ਨਾਲ, ਤੇਰਾ ਪਿਆਰ ਉਹ ਬੜਾ ਮਜ਼ਬੂਤ ਹੋਣਾ ਚਾਹੀਦਾ ਹੈ। ਪਰ ਤੂੰ ਪਤਾ ਕੀ ਕਰਦਾ ਹੈ? ਕੇਵਲ ਆਪਣੇ ਘਰ ਨੂੰ ਪੱਕਾ ਕਰਨ ਤੇ ਲੱਗਾ ਹੋਇਆ ਹੈ। ਉਹ ਘਰ ਜਿਸ ਘਰ ਵਿੱਚੋਂ ਇੱਕ ਦਿਨ ਤੈਨੂੰ ਕੱਢ ਦਿੱਤਾ ਜਾਏਗਾ। ਕਿਵੇਂ ਕਰਨਾ? ਇਹਦਾ ਅਰਥ ਇਹ ਨਹੀਂ ਵੀ ਮਜ਼ਬੂਤ ਘਰ ਨਾ ਬਣਾਓ, ਇਹਦਾ ਕਤਈ ਅਰਥ ਨਹੀਂ ਹੈ। ਗੁਰੂ ਸਾਹਿਬ ਜੀ ਦੇ ਵੇਲੇ ਸਿੱਖਾਂ ਨੇ ਹਵੇਲੀਆਂ ਪਾਈਆਂ ਹੋਈਆਂ ਸਨ, ਪਰ ਉਸ ਹਵੇਲੀ ਵਿੱਚ ਰਹਿੰਦੇ ਹੋਏ ਉਹ ਕਦੀ ਇਹ ਨਹੀਂ ਸਨ ਸੋਚਦੇ ਬਈ ਇਹ ਸਾਡਾ ਮਹਿਲ ਹੈ, ਅਸੀਂ ਇਹਦੇ ਮਾਲਕ ਹਾਂ। ਉਹ ਹਮੇਸ਼ਾ ਇਹ ਕਹਿੰਦੇ ਸਨ ਬਈ ਹੇ ਮਾਲਕ, ਇਹ ਤੇਰੀ ਦਾਤ ਹੈ, ਜਦੋਂ ਤੱਕ ਤੇਰਾ ਹੁਕਮ ਹੈ ਅਸੀਂ ਵਰਤ ਰਹੇ ਹਾਂ, ਇਸ ਮੁਸਾਫਰ ਖਾਨੇ ਵਿੱਚ ਬੈਠੇ ਹਾਂ, ਜਿਸ ਦਿਨ ਤੇਰਾ ਹੁਕਮ ਹੋ ਗਿਆ ਅਸੀਂ ਚਲੇ ਜਾਵਾਂਗੇ। ਬਸ ਜਿਤਨਾ ਸਮਾਂ ਇਸ ਮੁਸਾਫਰ ਖਾਨੇ ਵਿੱਚ ਅਸੀਂ ਹਾਂ, ਉਤਨਾ ਸਮਾਂ ਔਰ ਉਸ ਤੋਂ ਬਾਅਦ ਵੀ ਆਪਣਾ ਸਿਮਰਨ ਨਾ ਭੁਲਾਵੀਂ, ਆਪਣੀ ਯਾਦ ਨਾ ਭੁਲਾਵੀਂ। ਪਾਤਸ਼ਾਹ ਆਖਦੇ ਮੰਦਰ ਮਿੱਟੀ ਸੰਦੜੇ। ਸੰਦੜੇ ਦਾ ਮਤਲਬ ਹੈ ਦੇ, ਮਿੱਟੀ ਦੇ ਜਿਹੜੇ ਮੰਦਰ ਹਨ। ਪੱਥਰ ਕੀਤੇ ਰਾਸ ਜਿਉ, ਮਿੱਟੀ ਔਰ ਪੱਥਰ ਦੇ ਨਾਲ ਜਿਹੜੇ ਮੰਦਰ ਬਣਾਏ ਜਾਂਦੇ ਸਨ, ਫਿਰ ਉਹਨਾਂ ਦੇ ਉੱਤੇ ਚਿੱਤਰਕਾਰੀਆਂ ਕੀਤੀਆਂ ਜਾਂਦੀਆਂ ਸਨ। ਪੁਰਾਣੇ ਸਮੇਂ ਦੀਆਂ ਉਦਾਹਰਣਾਂ ਹਨ। ਗੁਰੂ ਨਾਨਕ ਸਾਹਿਬ ਜੀ ਦਾ ਇਹ ਇੱਕ ਸ਼ਲੋਕ ਵਾਰਾਂ ਤੇ ਵਧੀਕ ਦਾ ਪਹਿਲਾ ਹੀ ਸ਼ਲੋਕ ਹੈ, ਉਤੰਗੀ ਪੈਓ ਹਰੀ ਗਹਿਰੀ ਗੰਭੀਰੀ। ਇਹ ਵੀ ਕੁਚੱਜੀ ਹੈ, ਯਾਦ ਰੱਖਣਾ। ਅਗਰ ਕੁਚੱਜੀ ਨਾਲ ਇਹ ਸ਼ਲੋਕ ਨੂੰ ਜੋੜ ਕੇ ਵੇਖਣਾ, ਆਪ ਨੂੰ ਸਮਝ ਆਏਗੀ ਗੱਲ। 1410 ਅੰਗ ਗੁਰੂ ਗ੍ਰੰਥ ਸਾਹਿਬ ਜੀ ਦਾ। ਉਤੰਗੀ ਪੈਓ ਹਰੀ, ਉਤੰਗੀ ਲਮਸ ਲੰਮੀ, ਉੱਚੇ ਕਦ ਵਾਲੀ, ਪੈਓ ਹਰੀ ਭਰਵੇਂ ਜੁੱਸੇ ਵਾਲੀ, ਗਹਿਰੀ ਗੰਭੀਰੀ ਸੱਸੁੜ ਸੁਹੀਆ ਕਿਮ ਕਰੀ ਨਿਵਣ ਨਾ ਜਾਏ ਥਣੀ। ਸਤਿਗੁਰੂ ਅੱਗੇ ਕਹਿੰਦੇ, ਗੱਚ ਜੇ ਲੱਗਾ ਗਿੜ ਵੜੀ ਸਖੀਏ ਧੌਲ ਹਰੀ, ਸੇ ਵੀ ਢੈਂਦੇ ਡਿਠ ਮੈਂ ਮੁੰਦ ਨਾ ਗਰਭ ਥਣੀ। ਇਹ ਸਤਿਗੁਰੂ ਜੀ ਦੇ ਵਾਕ ਹਨ, ਗੁਰੂ ਨਾਨਕ ਸਾਹਿਬ ਜੀ ਦੇ। ਕਹਿੰਦੇ ਮੈਂ ਵੱਡੇ ਵੱਡੇ ਪੱਥਰਾਂ ਦੇ ਉੱਚੇ ਉੱਚੇ ਮਹਿਲਾਂ ਨੂੰ ਢਹਿੰਦੇ ਹੋਏ ਵੇਖਿਆ ਹੈ, ਜਿਨ੍ਹਾਂ ਨੂੰ ਗੱਚ ਲੱਗਾ ਹੋਇਆ ਸੀ। ਗੱਚ ਇੱਕ ਖਾਸ ਕਿਸਮ ਦਾ ਚਿਨਾਈ ਦਾ ਮਸਾਲਾ ਹੁੰਦਾ ਹੈ, ਪੁਰਾਣੇ ਸਮਿਆਂ 'ਚ ਵਰਤਿਆ ਜਾਂਦਾ ਸੀ। ਜਿਵੇਂ ਅੱਜ ਅਸੀਂ ਕਹਿੰਦੇ ਨਾ ਕੰਕਰੀਟ ਹੈ, ਤੇ ਪੁਰਾਣਾ ਗੱਚ ਅੱਜ ਦੇ ਕੰਕਰੀਟ ਤੋਂ ਵੀ ਮਜ਼ਬੂਤ ਹੁੰਦਾ ਸੀ। ਇਹਦੇ ਵਿੱਚ ਚੂਨਾ, ਮਿੱਟੀ, ਪੱਥਰ ਦਾ ਚੂਰਾ, ਸ਼ਹਿਦ, ਕਾਲੇ ਮਾਹਾਂ ਦੀ ਦਾਲ, ਹੋਰ ਬਹੁਤ। ਇਹ ਵਾਲਾ ਗੱਚ ਹਰਿਮੰਦਰ ਸਾਹਿਬ ਵੀ ਲੱਗਾ ਹੈ ਚਿਨਾਈ ਵੇਲੇ। ਗੱਚ ਜੇ ਲੱਗਾ ਗਿੜਵੜੀ ਸਖੀਏ ਧੌਲ ਹਰੀ। ਸਫੇਦ ਮੰਦਰਾਂ ਨੂੰ ਲੋਕਾਂ ਨੇ ਸਜਾਇਆ, ਉੱਚਾ ਬਣਾਇਆ, ਪਰ ਸਤਿਗੁਰੂ ਕਹਿੰਦੇ ਇੱਕ ਵਕਤ ਆਉਂਦਾ ਹੈ, ਉਹ ਗੱਚ ਨਾਲ ਬਣੇ ਹੋਏ ਪੱਕੇ ਤੋਂ ਪੱਕੇ ਮੰਦਰ ਵੀ ਢਹਿ ਜਾਂਦੇ ਹਨ। ਭਾਵ ਉਹ ਘਰ ਡਿੱਗ ਜਾਂਦੇ ਹਨ, ਉਹ ਮਹਿਲ, ਉਹ ਹਵੇਲੀਆਂ ਡਿੱਗ ਜਾਂਦੀਆਂ ਹਨ। ਤੇ ਦੱਸ ਤੂੰ ਕਿਸ ਗੱਲ ਦਾ ਹੰਕਾਰ, ਇਸ ਸਰੀਰ ਦਾ ਹੰਕਾਰ ਕਰਕੇ ਬੈਠੀ ਹੈ? ਕਹਿੰਦੇ ਨਹੀਂ, ਜੈਸੇ ਭਾਦੋਏ ਖੂੰਬਰਾਜ ਤੂੰ ਤਿਸਤੇ ਖਰੀ ਉਤਾਵਲੀ। ਸ਼ਬਦ ਹਨ ਨਾ, ਤੂੰ ਕਾਏ ਗਰਬਹਿ ਬਾਵਲੀ। ਇਹ ਚੱਲੀਏ, ਤੂੰ ਕਿਸ ਗੱਲ ਤੋਂ ਹੰਕਾਰ ਕਰਕੇ ਬੈਠੀ ਹੈ? ਹੁਣ ਅੱਜ ਕੱਲ੍ਹ ਦਾ ਇਹ ਮਹੀਨਾ ਹੈ, ਭਾਦੋਂ ਦਾ ਮਹੀਨਾ। ਤੁਸੀਂ ਦੇਖਣਾ ਅੱਜ ਕੱਲ੍ਹ
ਜਿੱਥੇ ਲੱਕੜ ਦੀਆਂ ਛੱਤਾਂ ਹੋਣਗੀਆਂ ਨਾ, ਉੱਥੇ ਮਸ਼ਰੂਮਸ ਨਿਕਲ ਆਉਂਦੇ ਹਨ, ਛੱਤਰੀਆਂ ਜਿਨ੍ਹਾਂ ਨੂੰ ਕਹਿੰਦੇ ਹਨ, ਖੁੰਬਾਂ। ਉਹ ਤੁਸੀਂ ਅੱਜ ਸਵੇਰੇ ਵੇਖੋਗੇ, ਕੱਲ੍ਹ ਤੱਕ ਉਹ ਖਤਮ ਹੋਇਆ ਹੋਵੇਗਾ, ਉਹ ਰੂਪ ਰਹੇਗਾ ਹੀ ਨਹੀਂ। ਇੱਕ ਦਿਨ ਉਹ ਇਤਨਾ ਸਫੇਦ ਔਰ ਉਜਲਾ ਰਹਿੰਦਾ ਹੈ, ਅਗਲੇ ਦਿਨ ਤੁਸੀਂ ਵੇਖੋਗੇ ਉਹਦੀ ਸਾਰੀ ਦਸ਼ਾ ਬਦਲ ਜਾਏਗੀ। ਅੱਜ ਕੱਲ੍ਹ ਦੇ ਮਹੀਨੇ 'ਚ ਹੀ ਇਹ ਨਜ਼ਾਰਾ, ਮੈਂ 4-5 ਦਿਨ ਪਹਿਲੇ ਇਹ ਨਜ਼ਾਰਾ ਵੇਖਿਆ ਕਿਧਰੇ, ਉਹ ਪੰਕਤੀਆਂ ਚੇਤੇ ਵਿੱਚ ਆ ਗਈਆਂ। ਜੈਸੇ ਭਾਦੋਏ ਖੁੰਭ ਰਾਜ, ਭਾਦੋ ਦੀਆਂ ਖੁੰਬਾਂ ਹੋ ਸਕਦਾ ਹੈ 8-10 ਪਹਿਰ ਕੱਢ ਲੈਣ, ਤੂੰ ਤਿਸਤੇ ਖਰੀ ਉਤਾਵਲੀ, ਪਰ ਤੇਰੀ ਕਾਇਆ ਤੇ ਕੇਵਲ ਇੱਕ ਸਵਾਸ ਦੀ ਮੁਹਤਾਜ ਹੈ। ਨਹੀਂ ਆਇਆ ਤੇ ਤੂੰ ਢਹਿ ਢੇਰੀ ਹੈ। ਪਰ ਅਸੀਂ ਸਾਰੇ ਫਿਰ ਉਸੀ ਦਾ ਹੀ ਮਾਣ ਕਰੀ ਬੈਠੇ ਹਾਂ। ਸਤਿਗੁਰੂ ਕਹਿੰਦੇ ਨਹੀਂ। ਇਸ ਜੀਵ ਇਸਤਰੀ ਨੇ ਕੀ ਕੀਤਾ, ਮਿੱਟੀ ਪੱਥਰ ਦੇ ਬਣਾਏ ਹੋਏ ਜਿਹੜੇ ਘਰ ਮੰਦਰ ਸਨ, ਕੀਤੇ ਰਾਸ ਜੀਓ, ਆਪਣੀ ਰਾਸ ਪੂੰਜੀ ਬਣਾ ਲਿਆ। ਲੋਕਾਂ ਨੂੰ ਦੱਸਦਾ ਹੈ ਇਹ ਮੇਰੀ ਪ੍ਰਾਪਰਟੀ ਹੈ, ਇਹ ਮੇਰਾ ਸਰਮਾਇਆ ਹੈ, ਇਹ ਮੇਰੀ ਸੰਪत्ति ਹੈ। ਸਤਿਗੁਰੂ ਕਹਿੰਦੇ ਸੰਪत्ति ਤੇ ਬਣਾਣੀ ਸੀ ਪਰਮਾਤਮਾ ਦੇ ਭਜਨ ਨਾਮ ਸਿਮਰਨ ਦੀ ਕਮਾਈ ਨੂੰ, ਹਰ ਕੀਰਤ ਨੂੰ ਰਹਿ ਰਾਸ ਬਣਾਉਣਾ ਸੀ। ਔਰ ਮੈਂ ਕਿਸੇ ਹੋਰ ਲਈ ਨੇ ਆਪਣੇ ਅੰਦਰ ਝਾਤ ਮਾਰ ਕੇ ਵੇਖਾਂ, ਸਾਰੇ ਦੇਖੀਏ ਆਪਣੇ ਅੰਦਰ ਬਈ ਸਾਡੇ ਸਾਰਿਆਂ ਕੋਲ ਕਿਤਨੀ ਕੁ ਹੈ ਰੱਬ ਦੇ ਨਾਮ ਦੀ ਪੂੰਜੀ। ਜੇ ਅੱਜ ਸਾਡਾ ਬੁਲਾਵਾ ਆ ਜਾਵੇ ਕਿ ਸਾਡੀ ਤਿਆਰੀ ਹੈ, ਜਿਨ੍ਹਾਂ ਦੀ ਹੈ ਉਹ ਮੁਬਾਰਕ ਹਨ। ਯਾਦ ਰੱਖਣਾ, ਕਈਆਂ ਨੇ ਤਿਆਰੀ ਕੀਤੀ ਹੋਈ ਹੈ ਆਪਣੀ, ਇਸ ਗੱਲ ਨੂੰ ਰੋਜ਼ ਕਬੂਲਦੇ ਹਨ। ਸਵੇਰੇ ਅੱਖ ਖੁੱਲ੍ਹਦੀ ਹੈ ਤੇ ਰੋਜ਼ ਕਬੂਲਦੇ ਹਨ ਇਸ ਗੱਲ ਨੂੰ ਕਿ ਕਾਲ ਅਹੇਰੀ ਫਿਰੈ ਬਧਿਕ ਜਿਉ ਕਹੋ ਕਵਨ ਬਿਦ ਕੀਜੈ। ਇਸ ਸੋਚ ਨਾਲ ਜਾਗਦੇ ਹਨ ਵੀ ਕੀ ਪਤਾ ਕੱਲ੍ਹ ਜਾਗੀਏ ਜਾਂ ਨਾ ਜਾਗੀਏ, ਇਸ ਕਰਕੇ ਅੱਜ ਹੀ ਕਰ ਲਈਏ, ਅੱਜ ਹੀ ਭਜਨ ਕਰ ਲਈਏ, ਅੱਜ ਹੀ ਸਤਸੰਗ ਕਰ ਲਈਏ, ਅੱਜ ਹੀ ਥੋੜ੍ਹੀ ਪੂੰਜੀ ਹੋਰ ਕਮਾ ਲਈਏ। ਜਿਨ੍ਹਾਂ ਕੋਲ ਇਹ ਸੋਚ ਆ ਗਈ, ਪਰ ਖਿਮਾ ਕਰਨਾ ਮਾਇਆ ਆਣ ਨਹੀਂ ਦਿੰਦੀ ਉਸ ਪਾਸੇ। ਸਾਡੇ ਧਿਆਨ ਨੂੰ ਅਗਰ ਜਾਏਗਾ ਵੀ ਨਾ ਧਿਆਨ, ਤੇ ਕੋਈ ਡਰ, ਕੋਈ ਅਜੀਬ ਜਿਹੀ ਅੰਦਰ ਇੱਕ ਭਾਵਨਾ ਆ ਜਾਏਗੀ। ਤੁਸੀਂ 4 ਬੰਦਿਆਂ 'ਚ ਅੱਜ ਬੈਠ ਕੇ ਮੌਤ ਦੀ ਗੱਲ ਕਰੋ, ਹੈਰਾਨ ਹੋ ਜਾਓਗੇ ਤੁਸੀਂ। ਉਹ ਕਹਿਣਗੇ ਇਹ ਕੀ ਡਿਪਰੈਸਿੰਗ ਗੱਲਾਂ ਸ਼ੁਰੂ ਕਰ ਦਿੱਤੀਆਂ ਤੂੰ, ਇਹ ਕੀ ਤੂੰ ਕਿਸੇ ਲੈ ਕੇ ਬਹਿ ਗਿਆ। ਯਾਨੀ ਸੰਤ ਸਿੰਘ ਜੀ ਨੇ ਇਸੇ ਮਹੀਨੇ ਦੀ ਤੇ ਕਥਾ ਕੀਤੀ ਸੀ, ਭਾਦੋਏ ਭਰਮ ਭੁਲਾਣੀਆਂ, ਤੇ ਉਹਨਾਂ ਨੇ ਕਈ ਵਾਰ ਇਹ ਗੱਲ ਆਪਣੀ ਵਿਚਾਰ 'ਚ ਆਖੀ ਕਿ ਬਾਅਦ 'ਚ 2-4 ਸਰੀਰ ਆ ਗਏ ਮੇਰੇ ਕੋਲ, ਬਈ ਤੁਸੀਂ ਸਾਡੀ ਭਾਗਾ ਭਰੀ ਦਾ ਸੱਤਿਆਨਾਸ਼ ਕਰ ਦਿੱਤਾ। ਮੌਤ ਦੀਆਂ ਗੱਲਾਂ ਸੰਗਰਾਂਦ ਵਾਲੇ ਦਿਨ। ਉਹ ਕਹਿੰਦੇ ਮੈਂ ਹੈਰਾਨ ਹੋ ਗਿਆ। ਔਰ ਕਹਿਣ ਵਾਲਾ ਕੋਈ ਅਗਰ ਉਹ ਹੁੰਦਾ ਜਿਹੜਾ ਜਵਾਨੀ ਵਿੱਚ ਆ ਰਿਹਾ ਹੈ, ਗੱਲ ਸਮਝ ਆਉਂਦੀ, ਚਿੱਟੇ ਦਾੜੇ, ਚਿੱਟੇ ਕੇਸ, ਤੇ ਉਹ ਲੋਕ ਕਹਿੰਦੇ ਪਏ ਹਨ ਕਿ ਤੁਸੀਂ ਸਾਡੀ ਸੰਗਰਾਂਦ ਵਿਗਾੜ ਦਿੱਤੀ ਮੌਤ ਦੇ ਕਿੱਸੇ ਸੁਣਾ ਕੇ। ਤੇ ਉਹਨਾਂ ਨੇ ਇੱਕੋ ਹੀ ਗੱਲ ਕਹੀ ਸੀ, ਕਹਿੰਦੇ ਇਸ ਘਰ ਦੀ ਪਹਿਲੀ ਸ਼ਰਤ ਇਹ ਹੈ, ਪਹਿਲਾਂ ਮਰਨ ਕਬੂਲ। ਫਸਟ ਆਫ ਆਲ, ਪਹਿਲਾਂ। ਇਹਨੂੰ ਪਹਿਲਾ ਨਹੀਂ ਪੜ੍ਹਨਾ, ਪਹਿਲਾ ਦਾ ਮਤਲਬ ਹੋਏਗਾ ਫਸਟ, ਇਹ ਦਰਜਾ ਹੈ, ਫਸਟ, ਸੈਕਿੰਡ, ਥਰਡ। ਤੇ ਜੇ ਬਿੰਦੀ ਲੱਗ ਗਈ ਪਹਿਲਾਂ, ਫਸਟ ਆਫ ਆਲ, ਇਸ ਕਰਕੇ ਬਿੰਦੀਆਂ ਦੀ ਮਹੱਤਤਾ ਹੈ। ਪਹਿਲਾਂ ਮਰਨ ਕਬੂਲ, ਸਭ ਤੋਂ ਪਹਿਲਾਂ ਤੇ ਮੌਤ ਨੂੰ ਐਕਸੈਪਟ ਕਰ, ਕਬੂਲ ਲੈ। ਜੀਵਨ ਕੀ ਛੱਡ ਆਸ, ਤਾਂ ਇਸ ਰਸਤੇ ਦੇ ਉੱਤੇ ਤੂੰ ਤੁਰ ਸਕੇਗਾ। ਹਾਂ ਏਨੀ ਟੋਲੀ ਭੁੱਲੀ ਅਸ, ਤਿਸ ਕੰਤ ਨਾ ਬੈਠੀ ਪਾਸ ਜਿਓ। ਇੱਥੇ ਟੋਲੀ ਪੜਾਂਗੇ ਪਦਾਰਥਾਂ ਵਿੱਚ। ਇੰਨੀ ਟੋਲੀ ਦਾ ਮਤਲਬ ਹੈ ਇਹਨਾਂ ਪਦਾਰਥਾਂ ਦੇ ਵਿੱਚ ਹੀ। ਕੱਲਾ ਟੋਲੀ ਪੜੋਗੇ ਤੇ ਟੋਲੀ, ਜਿਵੇਂ ਕਹਿੰਦੇ ਨਾ ਇਹ ਫਲਾਣੇ ਦੀ ਟੋਲੀ ਹੈ, ਤੇ ਇਹ ਵਰਬ ਵੀ ਆਉਂਦਾ ਹੈ ਟੋਲਣ ਵਾਸਤੇ, ਖੋਜਣ ਵਾਸਤੇ। ਜਿਵੇਂ ਕੋਈ ਨੇਤਰਹੀਨ ਬੰਦਾ ਟੋਲਦਾ ਹੈ, ਇੱਥੇ ਟੋਲੀ ਪਲੂਰਲ ਹੈ, ਬਹੁਵਚਨ ਹੈ, ਇਕੱਠਵਾਚਕ ਹੈ ਇਹਨਾਂ ਪਦਾਰਥਾਂ ਦੇ ਵਿੱਚ। ਇੰਨੀ ਦਾ ਮਤਲਬ ਹੈ ਜਿਹੜੇ ਪਿੱਛੇ ਪਦਾਰਥ ਦੱਸੇ, ਸੋਨਾ ਰੂਪਾ, ਮੋਤੀ ਮਾਣਿਕ, ਮੰਦਰ ਮਿੱਟੀ ਸੰਧੜੇ, ਇਹ ਸਾਰੇ ਪਦਾਰਥ, ਇਹ ਜੋ ਦਾਤਾਂ ਰੱਬ ਨੇ ਦਿੱਤੀਆਂ, ਪਦਾਰਥ ਦਿੱਤੇ ਵਰਤੋਂ ਵਾਸਤੇ, ਵਰਤ ਕੇ ਅੱਗੇ ਵੱਧ ਜਾਂਦੇ ਨਾ, ਗੱਲ ਸਮਝ ਆਣੀ ਸੀ। ਅਸੀਂ ਕਬਜ਼ਾ ਕਰਕੇ ਬਹਿ ਗਏ। ਯਾਦ ਰੱਖਣਾ,
ਤੇ ਸਤਿਗੁਰੂ ਕਹਿੰਦੇ ਜਿਹੜਾ ਮਨੁੱਖ ਕਾਬਜ਼ ਹੋਣ ਦੀ ਕੋਸ਼ਿਸ਼ ਕਰੇਗਾ ਨਾ, ਉਹਦਾ ਸੰਸਾਰ ਤੋਂ ਜਾਣਾ ਬੜਾ ਕਠਿਨ ਹੈ, ਕਿਉਂਕਿ ਮੋਹ ਦੀਆਂ ਐਸੀਆਂ ਤੰਦਾਂ ਪੈ ਜਾਂਦੀਆਂ ਹਨ, ਮੋਹ ਇਸ ਤਰ੍ਹਾਂ ਪਕੜ ਲੈਂਦਾ ਹੈ ਕਿ ਮੌਤ ਆਉਂਦੀ ਵੀ ਹੈ ਨਾ, ਜਦੋਂ ਸਾਹਮਣੇ ਸਮਝ ਆ ਰਹੀ ਹੈ ਵੀ ਹੁਣ ਕੁਛ ਦਿਨਾਂ ਦਾ, ਬਈ ਅੱਗੋਂ ਨੇੜਾ ਆਇਆ ਪਿੱਛਾ ਰਿਹਾ ਦੂਰ ਬਾਬਾ ਫਰੀਦ ਜੀ, ਉਸ ਵੇਲੇ ਡਰਦਾ ਹੈ ਬੰਦਾ, ਘਬਰਾਉਂਦਾ ਹੈ, ਉਸ ਵੇਲੇ ਯਤਨ ਕਰਦਾ ਵੀ ਕਿਸੇ ਤਰੀਕੇ ਨਾਲ ਮੈਂ ਇੱਥੇ ਹੀ ਰਹਿ ਜਾਵਾਂ, ਉਦੋਂ ਵੀ ਮੌਤ ਨੂੰ ਨਹੀਂ ਕਬੂਲ ਪਾ ਰਿਹਾ। ਜੇ ਸੋਚੀਏ ਥੋੜ੍ਹਾ ਜਿਹਾ ਧਿਆਨ ਦੇ ਨਾਲ, ਜੇ 50-60 ਸਾਲ ਸਾਡੇ ਬੀਤ ਗਏ, ਕੀ ਪਤਾ 4-5 ਸਾਲ ਹੀ ਹੁਣ ਸਾਡੇ ਕੋਲ ਲੱਗੇ ਹੋਣ ਹੋਰ। ਅਗਰ ਦੁਨਿਆਵੀ ਤੁਸੀਂ ਲਓਗੇ ਇੱਕ ਐਵਰੇਜ 68 ਈਅਰਸ ਇੱਕ ਐਵਰੇਜ ਏਜ ਹੈ ਪੂਰੇ ਵਰਲਡ ਦੇ ਵਿੱਚ, ਜੋ ਔਸਤ ਕੱਢੀ ਗਈ ਹੈ, ਬਈ ਅੱਜ ਉਮਰ ਜਿਹੜੀ ਹੈ ਬੰਦੇ ਦੀ 68 ਸਾਲ ਹੈ ਬਸ, 68 ਈਅਰਸ। ਇਹ ਇੰਟਰਨੈਸ਼ਨਲ ਡਾਟਾ ਹੈ, ਕਿਉਂਕਿ ਇਹਦੇ ਵਿੱਚ ਸਭ ਤੋਂ ਲੰਬੀ ਉਮਰ ਵਾਲਾ ਦੇਸ਼ ਜਾਪਾਨ ਹੈ। ਉੱਥੇ ਲੋਕ 90 ਤੱਕ ਤੇ ਪਹੁੰਚਦੇ ਹੀ ਪਹੁੰਚਦੇ ਹਨ। ਉਹਦੇ ਕਾਰਨ ਖੋਜੇ ਗਏ ਨਾ, ਜਦੋਂ ਉਹਨਾਂ ਦਾ ਖਾਣ ਪਾਨ, ਰਹਿਣ ਸਹਿਣ, ਉਹਨਾਂ ਦੀ ਤਹਿਜ਼ੀਬ, ਬੜੇ ਚੀਜ਼ਾਂ ਸਾਹਮਣੇ ਆਈਆਂ। ਪਿੱਛੇ ਜੇ ਰਿਸਰਚ ਹੋਈ ਸੀ ਵੀ ਆਖਿਰ ਜਾਪਾਨ ਦੇ ਲੋਕ 100 ਸਾਲ, 102, 5, 10 ਸਾਲ ਤੱਕ ਉੱਥੇ ਦੇ ਤੁਹਾਨੂੰ ਮਿਲਣਗੇ ਬੈਠੇ ਹੋਏ ਅੱਜ। ਅਤੇ ਉੱਥੇ ਜਦੋਂ ਖੋਜ ਕੀਤੀ ਗਈ ਅਤੇ ਸਮਝ ਆਇਆ ਬਈ ਇਹ ਲੋਕ ਕੋਈ ਬਹੁਤਾ ਜ਼ਿਆਦਾ ਨਾ, ਜਿਹਨੂੰ ਅਸੀਂ ਸਟਰੈਸ ਕਹਿੰਦੇ ਹਾਂ, ਟੈਨਸ਼ਨ, ਉਹ ਚੀਜ਼ਾਂ ਨਹੀਂ ਲੈਂਦੇ। ਇਹ ਖਾਣ ਪਾਨ ਇਹਨਾਂ ਲੋਕਾਂ ਦਾ ਬੜਾ ਸਰਲ ਹੈ। ਅਤੇ ਹੁਣ ਬਹੁਤੇ ਲੋਕ ਫਿਰ ਉਸ ਜੀਵਨ ਸ਼ੈਲੀ ਨੂੰ ਅਪਣਾਉਣ ਲੱਗ ਪਏ। ਹਾਲਾਂਕਿ ਹਰ ਧਰਮ ਨੇ, ਭਾਵੇਂ ਇਸ ਪਾਸੇ ਵੀ ਧਰਮ ਹੋਵੇ, ਹਰ ਧਰਮ ਨੇ ਜੀਵਨ ਦੀ ਇਹੀ ਜਾਚ ਤੇ ਦੱਸਿਆ। ਗੁਰੂ ਗੋਬਿੰਦ ਸਿੰਘ ਜੀ ਸਾਫ਼ ਕਹਿੰਦੇ ਅਲਪ ਆਹਾਰ ਸੁਲਭ ਸੀ, ਇਹ ਸਤਿਗੁਰੂ ਜੀ ਨੇ ਸਾਫ਼ ਕਿਹਾ ਹੈ। ਪਰ ਉਹ ਲੋਕ ਮੰਨਣ ਲੱਗ ਪਏ, ਇਸ ਕਰਕੇ ਉਹਨਾਂ ਦੇ ਰਿਜ਼ਲਟਸ ਆ ਗਏ। ਅਸੀਂ ਮੰਨਦੇ ਨਹੀਂ ਹਾਂ ਬਸ, ਇਸ ਕਰਕੇ ਸਾਡੇ ਜੀਵਨ 'ਚ ਉਹ ਰਿਜ਼ਲਟਸ ਨਹੀਂ ਆਉਂਦੇ। ਤਾਂ ਸਤਿਗੁਰੂ ਕਹਿੰਦੇ ਯਾਦ ਰੱਖ, ਜੇ ਜੀਵਨ ਦੇ ਨਾਲ ਨਾਲ ਮਰਨ ਨੂੰ ਵੀ ਯਾਦ ਰੱਖੇਗਾ ਨਾ, ਤੂੰ ਸਿਮਰਨ ਕਰਨ ਲੱਗ ਪਵੇਂਗਾ। ਅਸੀਂ ਇਕੱਲਾ ਜੀਵਨ ਯਾਦ ਰੱਖਦੇ ਹਾਂ, ਮਰਨ ਭੁਲਾਉਂਦੇ ਹਾਂ। ਇਸੀ ਕਰਕੇ ਸਾਨੂੰ ਸਿਮਰਨ ਸਾਡੇ ਜੀਵਨ ਵਿੱਚ ਨਹੀਂ ਆਉਂਦਾ। ਸਿਮਰਨ ਦੇ ਲਈ ਮਰਨ ਯਾਦ ਰੱਖਣਾ ਬੜਾ ਜ਼ਰੂਰੀ ਹੈ। ਇਹ ਤਾਂ ਸੱਚੀ ਸੱਤ ਹੀ ਇਹ ਹੈ। ਜਦੋਂ ਗੁਰੂ ਨਾਨਕ ਸਾਹਿਬ ਨੇ ਭੇਜਿਆ ਸੀ ਮਰਦਾਨੇ ਨੂੰ, ਬਈ 1 ਪੈਸੇ ਦਾ ਸੱਚ ਤੇ ਝੂਠ ਲੈ ਕੇ 1 ਪੈਸੇ ਦਾ, ਤੇ 2 ਪਰਚੀਆਂ ਤੇ ਲਿਖ ਦਿੱਤਾ ਸੀ ਦੁਕਾਨਦਾਰ ਨੇ, ਮੂਲੇ ਨੇ, ਬਈ ਜੀਣਾ ਝੂਠ, ਮਰਨਾ ਸੱਚ। ਇਸ ਜ਼ਿੰਦਗੀ ਵਿੱਚ, ਇਸ ਸੰਸਾਰ ਵਿੱਚ ਹੋਰ ਕੁਝ ਸੱਚ ਹੋਵੇ ਨਾ ਹੋਵੇ, ਪਰ ਮੌਤ ਸੱਚੀ ਹੈ। ਮੈਂ ਪਿਛਲੇ ਦਿਨ ਵੀ ਬੇਨਤੀ ਕੀਤੀ ਸੀ, ਅਸੀਂ ਕੁਛ ਨਾ ਕਰੀਏ, ਬੰਦਾ ਕਵੇ ਮੈਂ ਕੁਛ ਨਹੀਂ ਕਰਦਾ ਜੀ, ਮੈਂ ਬਹਿ ਜਾਂਦਾ ਹਾਂ ਇੱਕ ਜਗ੍ਹਾ ਬਿਲਕੁਲ ਸਿਕਿਉਰ ਹੋ ਕੇ, ਕੁਛ ਨਹੀਂ ਕਰੋਗੇ ਨਾ, ਇੱਕ ਦਿਨ ਮਰ ਜ਼ਰੂਰ ਜਾਵਾਂਗੇ। ਕਿਉਂਕਿ ਮੌਤ ਤੇ ਰੋਜ਼-ਰੋਜ਼ ਸਾਡੇ ਨਿਕਟ ਆ ਰਹੀ ਹੈ। ਤਾਂ ਉਸ ਮਰਨ ਤੋਂ ਪਹਿਲਾਂ, ਸਰੀਰ ਦੀ ਮੌਤ ਤੋਂ ਪਹਿਲਾਂ ਸਤਿਗੁਰੂ ਕਹਿੰਦੇ ਆਤਮਿਕ ਜੀਵਨ ਜੀ ਲੈ। ਐਸੇ ਮਰੋ ਜੇ ਬਹੁਰ ਨਾ ਮਰਨਾ। ਪਰ ਉਹਦੇ ਲਈ ਕੀ ਕਰਨਾ ਹੈ? ਸੋ ਧਿਆਨ ਧਰੋ ਜੇ ਬਹੁਰ ਨਾ ਧਰਨਾ। ਐਸਾ ਧਿਆਨ ਲਾ ਲੈ ਪਰਮਾਤਮਾ ਦੇ ਵਿੱਚ, ਉਹਦੇ ਨਾਮ ਦੇ ਵਿੱਚ, ਕਿ ਤੈਨੂੰ ਦੁਬਾਰਾ ਫਿਰ ਜੋਨੀਆਂ ਵਿੱਚ ਧਿਆਨ ਧਰਨ ਵਾਸਤੇ, ਕਮਾਉਣ ਵਾਸਤੇ ਆਉਣਾ ਨਾ ਪਵੇ। ਤੂੰ ਇਸੇ ਜਨਮ 'ਚ ਮੁਕਤ ਹੋ ਜਾ। ਕਬੀਰ ਜੀ ਨੇ ਤਾਂ ਹੀ ਤੇ ਕਿਹਾ, ਕਹੈ ਕਬੀਰ ਸੁਨੋਰੇ ਸੰਤੋ ਖੇਤ ਹੀ ਕਰੋ ਨਿਬੇੜਾ। ਇਸ ਸਰੀਰ ਵਿੱਚ ਹੀ ਮੇਰਾ ਨਿਬੇੜਾ ਕਰਦੇ ਵਾਹਿਗੁਰੂ। ਇਸ ਤੋਂ ਬਾਅਦ ਮੈਂ ਅੱਗੇ ਕੈਰੀ ਫਾਰਵਰਡ ਨਹੀਂ ਕਰਨਾ ਚਾਹੁੰਦਾ। ਆਪਣੇ ਕਰਮ ਕਿਰਪਾ ਕਰ, ਲੇਖਾ ਮਿਟਾ ਦੇ, ਲੇਖਾ ਪਾੜ ਦੇ, ਕੋਈ ਜੁਗਤੀ ਦੇ ਦੇ, ਜਿੰਜ ਹੋਵੇ ਮੇਰਾ ਲੇਖਾ ਉਸ ਤਰ੍ਹਾਂ ਮੁਕਾ ਦੇ, ਬਸ ਮੇਰਾ ਨਿਬੇੜਾ ਕਰ ਦੇ। ਉਸ ਤੋਂ ਬਾਅਦ ਹਿਸਾਬ ਕਿਤਾਬ ਨਾ ਰਹਿ ਜਾਏ ਕੋਈ ਬਾਕੀ। ਅਬ ਕੀ ਬਾਰ ਬਖਸ਼ ਬੰਦੇ ਕੋ ਬਹੁਰ ਨਾ ਭੌਜਲ ਫੇਰਾ। ਪਾਤਸ਼ਾਹ ਕਹਿੰਦੇ ਪਰ ਬੜਾ ਔਖਾ ਇਸ ਕਰਕੇ ਹੈ ਕਿ ਮਨੁੱਖ ਇਹਨਾਂ ਪਦਾਰਥਾਂ ਦੇ ਵਿੱਚ ਉਲਝ ਜਾਂਦਾ ਹੈ, ਫਸ ਜਾਂਦਾ ਹੈ। ਭੁੱਲੀਅਸ, ਭੁੱਲਣ ਦਾ ਅਰਥ ਕੀ ਹੈ? ਜੀਵਨ ਜਾਚ ਤੋਂ, ਸਹੀ ਰਸਤੇ ਤੋਂ ਕੁਰਾਹੇ ਪੈ ਗਿਆ। ਉਹ ਜੀਵ ਇਸਤਰੀ ਕਹਿ ਰਹੀ ਹੈ, ਹੇ ਸਖੀਏ ਮੈਂ ਦੇਖ ਕਿਤਨੀ ਬਦਨਸੀਬ ਹਾਂ,
ਮੈਨੂੰ ਵਸਤੂਆਂ ਵਰਤਣ ਵਾਸਤੇ ਦਿੱਤੀਆਂ ਸੀ ਮਾਲਕ ਨੇ, ਮੈਂ ਉਹਨਾਂ ਦੀ ਮਾਲਕਣ ਬਣ ਕੇ ਬੈਠ ਗਈ। ਜੇ ਵਰਤਦੇ ਨਾ ਪਿਆਰ ਦੇ ਨਾਲ ਤੇ ਰੱਬ ਨੇ ਜੋ ਕੁਝ ਦਿੱਤਾ ਸੀ ਨਾ, ਸਾਨੂੰ ਵੀ ਸੁੱਖ ਦਿੰਦਾ ਤੇ ਦੂਸਰੇ ਨੂੰ ਵੀ ਸੁੱਖ ਦਿੰਦਾ। ਪਰ ਕਿਉਂਕਿ ਅਸੀਂ ਸਾਂਝਾ ਨਹੀਂ ਕਰਦੇ, ਅਸੀਂ ਆਪ ਵੀ ਦੁਖੀ ਹਾਂ ਤੇ ਦੂਸਰੇ ਵੀ ਦੁਖੀ ਹਨ। ਔਰ ਸਭ ਤੋਂ ਵੱਡਾ ਇਹਦਾ ਪਰਿਣਾਮ ਕੀ ਹੈ ਕਿ ਉਸ ਖੱਪਣ ਵਿੱਚ, ਉਸ ਕੁੜਨ ਦੇ ਵਿੱਚ ਅਸੀਂ ਰੱਬ ਨੂੰ ਭੁਲਾ ਦਿੰਦੇ ਹਾਂ। ਕੀਮਤੀ ਸਮਾਂ ਸਾਡਾ ਕੁੜਨ ਵਿੱਚ ਜਾ ਰਿਹਾ ਹੈ। ਜਿਹੜਾ ਜੁੜਨ ਵਿੱਚ ਸਮਾਂ ਜਾਣਾ ਸੀ ਉਹ ਕੁੜਨ ਵਿੱਚ ਜਾ ਰਿਹਾ ਹੈ। ਇਸ ਕਰਕੇ ਸਤਿਗੁਰੂ ਕਹਿੰਦੇ ਜਾਗ, ਤਿਸ ਕੰਤ ਨਾ ਬੈਠੀ ਪਾਸ ਜਿਓ। ਉਹ ਜਿਹੜਾ ਕੰਤ ਹੈ, ਕੰਤ ਦਾ ਅਰਥ ਹੈ ਪ੍ਰਭੂਪਤੀ, ਉਸ ਪ੍ਰਭੂਪਤੀ ਦੇ ਨਿਕਟ ਮੈਂ ਕਦੀ ਨਹੀਂ ਜਾ ਕੇ ਬੈਠੀ, ਉਹਦੇ ਕੋਲ ਕਦੀ ਨਹੀਂ ਬੈਠੀ। ਭਾਵ ਆਪਣੀ ਸੁਰਤ ਨੂੰ ਉਹਦੇ ਸ਼ਬਦ ਨਾਲ ਕਦੀ ਜੋੜਨ ਦਾ ਯਤਨ ਨਹੀਂ ਕੀਤਾ। ਸੁਰਤ ਤੇ ਇੱਧਰ ਉੱਧਰ ਹੀ ਇਹਨਾਂ ਪਦਾਰਥਾਂ, ਇਹਨਾਂ ਸੰਪੱਤੀ ਆਦਿ ਦਾਤਾਂ ਦੇ ਵਿੱਚ ਬਸ ਭੁੱਲਦੀ ਰਹੀ, ਭਟਕਦੀ ਰਹੀ। ਗੁਰੂ ਸਾਹਿਬ ਕਿਰਪਾ ਰਹਿਮਤ ਕਰਨ। ਅਗਲਾ ਹੁਣ ਪ੍ਰਸੰਗ ਅਲੱਗ ਹੈ, ਇਸ ਕਰਕੇ ਅੱਗੇ ਹੋਰ ਵਿਸਥਾਰ ਨਹੀਂ। ਸਤਸੰਗ ਦੀ ਜੋ ਦਾਤ ਸਤਿਗੁਰੂ ਜੀ ਨੇ ਸਾਨੂੰ ਬਖਸ਼ਿਸ਼ ਕੀਤੀ ਹੈ, ਇਹ ਵੀ ਦਾਤ ਹੈ ਜਿਸ ਦਾਤ ਦੇ ਵਿੱਚ, ਜਿਸ ਦਾਤ ਨੂੰ ਪਾ ਕੇ ਅਸੀਂ ਨਾਮ ਦੀ ਦਾਤ ਉਸ ਮਾਲਕ ਤੋਂ, ਜਿਵੇਂ ਸਰੀਰ ਨਾਲ ਪਦਾਰਥ ਕਮਾਉਂਦੇ ਹਾਂ, ਇਸੇ ਤਰ੍ਹਾਂ ਸੰਗਤ ਵਿੱਚ ਆ ਕੇ ਅਸੀਂ ਪਰਮਾਰਥ ਕਮਾਈਏ। ਇਹ ਬਖਸ਼ਿਸ਼ ਸਾਰਿਆਂ 'ਤੇ ਕਰਨ। ਇਤਨੇ ਬਚਨ ਪ੍ਰਵਾਨ ਕਰਨੇ ਜੀ। ਹੋਈਆਂ ਭੁੱਲਾਂ ਦੀ ਖਿਮਾ, ਅਦਬ ਸਤਕਾਰ, ਪ੍ਰੇਮ ਭਾਵਨਾ ਸਹਿਤ ਬੁਲਾਵੋ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।